ਦੋਹਰਾ ਭਇਓ ਖਾਲਸਾ ਬਿਦਤ ਜਗ ਇੱਕ ਇੱਕ ਕੈ ਸਮੁਦਾਏ। ਖਾਲਸਾ ਪੰਥ ਸੰਸਾਰ ਵਿੱਚ ਪ੍ਰਗਟ ਹੋ ਗਿਆ ਹੈ। ਇੱਕ ਇੱਕ ਕਰਦਿਆਂ ਹਜ਼ਾਰਾਂ ਸਿੰਘ ਸੱਜ ਗਏ ਹਨ। ਔਰ ਕਈ ਵਾਰੀ ਕਿਸੇ ਪਿੰਡ 'ਚ ਇਕੱਲਾ ਹੀ ਸਿੰਘ ਹੁੰਦਾ ਹੈ ਤੇ ਕਿਤੇ ਬਹੁਤ ਸਾਰੇ ਸਿੰਘ ਹੁੰਦੇ ਹਨ। ਖਾਸ ਕਰਕੇ ਮਾਝੇ, ਮਾਲਵੇ, ਦੁਆਬੇ, ਪੋਠੋਹਾਰ, ਲੰਮੇ ਦੇਸ਼, ਨੱਕੇ ਦੇਸ਼, ਦਿੱਲੀ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਸਿੰਘਾਂ ਦੇ ਇਕੱਠ ਹੋ ਗਏ ਹਨ। ਇਤ ਅਖੀਰ ਬਨ ਜਾਹੀ ਸੇ ਲਿਆਏ ਮ੍ਰਿਗਨ ਕੋ ਘਾਏ। ਕਹਿੰਦੇ ਇਹ ਸਾਰੇ ਸਿੰਘ ਤਿਆਰ ਬਰ ਤਿਆਰ ਸ਼ਸਤਰਧਾਰੀ ਹਨ ਔਰ ਸ਼ਿਕਾਰ ਖੇਡਣ ਦੀ ਪ੍ਰਵਿਰਤੀ ਇਹਨਾਂ ਦੇ ਅੰਦਰ ਹੈ। ਇਹ ਖਾਲਸਾ ਪੰਥ ਵੈਸ਼ਨੂਆਂ ਦਾ ਪੰਥ ਨਹੀਂ ਹੈ, ਇਹ ਸੂਰਬੀਰ ਛਤਰੀਆਂ ਦਾ ਪੰਥ ਹੈ। ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ, ਕਹਿ ਤਪ ਆਵਤ ਹੈ ਜੋ ਕਰੋ। ਇਸ ਕਰਕੇ ਰੋਜ਼ ਸ਼ਿਕਾਰ ਖੇਡਣ ਨੂੰ ਜਾਂਦੇ ਹਨ। ਭਾਈ ਇੱਕ ਦਿਨ ਉਦੇ ਸਿੰਘ ਚੱਲ ਗਇਓ। ਇੱਕ ਦਿਨ ਜਰਨੈਲ ਉਦੇ ਸਿੰਘ ਜੀ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਹੋਏ ਹਨ, ਬਾਬਾ ਬਚਿੱਤਰ ਸਿੰਘ ਜੀ ਦੇ ਸ਼ਹੀਦ ਦੇ ਭਰਾ ਹੋਏ ਹਨ। ਆਪ ਜੀ ਸਾਰੀ ਫੌਜ ਦੇ ਜਰਨਲ ਸਨ, ਵੱਡੇ ਕਮਾਂਡਰ ਇਨ ਚੀਫ ਸਨ। ਆਪ ਜੀ ਫੌਜ ਦੇ ਜਰਨੈਲ ਸ਼ਿਕਾਰ ਖੇਡਣ ਗਏ ਹਨ। ਔਰ ਜਾ ਕੇ ਜੰਗਲ ਵਿੱਚ ਭਾਈ ਉਦੇ ਸਿੰਘ ਬੱਬਰ ਸ਼ੇਰ ਹਨ 10ਵੇਂ ਪਾਤਸ਼ਾਹ ਦੇ। ਆਪ ਜੀ ਨੇ ਬੜੇ ਹੌਸਲੇ ਨਾਲ ਸ਼ੇਰ ਦੇ ਉਹਦੇ ਮੁਕਾਬਲੇ ਤੇ ਆਪਣੇ ਸ਼ਸਤਰ ਖਿੱਚ ਲਏ ਹਨ। ਜਦੋਂ ਸ਼ੇਰ ਨੇੜੇ ਆਇਆ ਹੈ ਭਾਈ ਉਦੇ ਸਿੰਘ ਜੀ ਨੇ ਬੜੀ ਕੜਾਕ ਕਰਦੀ ਗੋਲੀ ਚਲਾਈ ਹੈ। ਕਾੜ ਕਰਦੀ ਗੋਲੀ ਸ਼ੇਰ ਦੇ ਮੱਥੇ 'ਚ ਵੱਜੀ ਹੈ। ਜਿਉਂ ਹੀ ਸ਼ੇਰ ਦੇ ਮੱਥੇ 'ਚ ਗੋਲੀ ਮਾਰੀ ਭਾਈ ਉਦੇ ਸਿੰਘ ਨੇ, ਉਹਦਾ ਸਿਰ ਮੱਥਾ ਫੁੱਟ ਗਿਆ ਹੈ ਤੇ ਸ਼ੇਰ ਧਰਤੀ ਤੇ ਡਿੱਗਾ ਹੈ। ਔਰ ਫਿਰ ਉਸ ਬੱਬਰ ਸ਼ੇਰ ਤੋਂ ਉੱਠਿਆ ਨਹੀਂ ਗਿਆ, ਕਿਉਂਕਿ ਸ਼ੇਰ ਦੇ ਮੱਥੇ 'ਚ ਗੋਲੀ ਲੱਗ ਜਾਵੇ, ਕਿਸੇ ਦੇ ਵੀ ਮੱਥੇ 'ਚ ਗੋਲੀ ਲੱਗ ਜਾਵੇ, ਭਾਵੇਂ ਕੋਈ ਹਾਥੀ ਹੈ, ਭਾਵੇਂ ਕੋਈ ਸ਼ੇਰ ਹੈ, ਭਾਵੇਂ ਕੋਈ ਚੀਤਾ ਬਘਿਆੜ ਹੈ ਜਾਂ ਕੋਈ ਆਦਮੀ ਹੈ, ਜਿਹਦੇ ਮੱਥੇ 'ਚ ਗੋਲੀ ਲੱਗ ਜਾਵੇ ਉਹ ਦੂਜਾ ਸਾਹ ਨਹੀਂ ਲਿਆ ਕਰਦਾ। ਸੋ ਸ਼ੇਰ ਦੇ ਮੱਥੇ 'ਚ ਗੋਲੀ ਲੱਗੀ ਹੈ, ਇਸ ਕਰਕੇ ਉੱਥੇ ਹੀ ਡਿੱਗ ਪਿਆ ਹੈ। ਸ਼ੇਰ ਨੂੰ ਮਾਰ ਕੇ ਭਾਈ ਉਦੇ ਸਿੰਘ ਜੀ ਗੁਰੂ ਸਾਹਿਬ ਕੋਲ ਆਏ ਹਨ। ਔਰ ਸ਼ੇਰ ਬੜਾ ਵੱਡਾ ਸੀ, ਬੜਾ ਭਿਆਨਕ ਸੀ, ਜਿਹੜਾ ਅੱਜ ਮਾਰਿਆ ਹੈ। ਇਹ ਖਬਰ ਸਤਿਗੁਰੂ ਜੀ ਨੂੰ ਦਿੱਤੀ ਹੈ। ਸੁਣ ਕਲਗੀਧਰ ਦਾਸ ਪਠਾਏ। ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਉਹ ਸ਼ੇਰ ਮਰਿਆ ਪਿਆ ਸੀ ਜੰਗਲ ਦੇ ਵਿੱਚ, ਉਧਰ ਸਿੰਘ ਭੇਜੇ ਹਨ। ਮਹਾਰਾਜ ਕਹਿੰਦੇ ਜਾਓ, ਉਹਦਾ ਚੰਗੀ ਤਰੀਕੇ ਦੇ ਨਾਲ ਉਹਦੀ ਖਲ ਉਤਾਰ ਕੇ ਲਿਆਓ, ਕਿਉਂਕਿ ਸ਼ੇਰ ਦੀ ਖਲ ਸਾਧ ਸੰਗਤ ਜੀ ਕਈ ਕੰਮ ਆਉਂਦੀ ਹੈ। ਜੋ ਸਾਧੂ ਮਹਾਤਮਾ ਨਾਮ ਦਾ ਅਭਿਆਸ ਕਰਦੇ ਹਨ, ਉਹ ਧਰਤੀ ਤੇ ਵਿਛਾ ਕੇ ਉੱਤੇ ਚੌਂਕੜਾ ਮਾਰ ਕੇ ਬੈਠਦੇ ਹਨ। ਉਹਦੇ ਨਾਲ ਧਰਤੀ ਨਾਲ ਉਹਨਾਂ ਦਾ ਲਿੰਕ ਟੁੱਟ ਜਾਂਦਾ ਹੈ ਤੇ ਸਾਧਨਾ ਦੇ ਵਿੱਚ ਉਹਨਾਂ ਨੂੰ ਮਦਦ ਹੁੰਦੀ ਹੈ। ਸੋ ਇਹ ਤਾਂ ਸਾਧਨਾ ਦਾ ਪੱਖ ਹੈ। ਸਤਿਗੁਰੂ ਜੀ ਨੇ ਕੋਈ ਕੌਤਕ ਕਰਨਾ ਸੀ, ਇਸ ਕਰਕੇ ਉਹ ਸ਼ੇਰ ਦੀ ਖਲ ਉਤਰਵਾ ਲਈ ਹੈ। ਤੇ ਜਦੋਂ ਸ਼ੇਰ ਦੀ ਖਲ ਆ ਗਈ ਤੇ ਰਾਤ ਨੂੰ ਮਹਾਰਾਜ ਨੇ ਇੱਕ ਗਧਾ ਮੰਗਵਾਇਆ ਹੈ। ਘੁਮਿਆਰਾਂ ਦਾ ਜਿਹੜਾ ਗਧਾ ਸਾਧ ਸੰਗਤ ਜੀ ਖੋਤਾ, ਉਹ ਭਾਰ ਢੋਣ ਦੇ ਕੰਮ ਆਉਂਦਾ ਹੈ। ਉਸ ਗਧੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਵਾਇਆ ਹੈ। ਤੇ ਗਧੇ ਉੱਤੇ ਸ਼ੇਰ ਦੀ ਖਲ ਪਾ ਦਿੱਤੀ ਹੈ। ਉਹਦੇ ਸਿਰ ਤੋਂ ਲੈ ਕੇ ਸਾਰੇ ਪਿੱਠ ਤੱਕ, ਪੈਰਾਂ ਲੱਤਾਂ ਉੱਤੇ ਵੀ ਸ਼ੇਰ ਦੀ ਖਲ ਪਾ ਕੇ ਸਿਉਂ ਦਿੱਤੀ ਹੈ। ਖੇਤਨ ਵਿਖੇ ਉਜਾਰ ਕਨੇਰੀ। ਤੇ ਸ਼ੇਰ ਦੀ ਖਲ ਪਾ ਕੇ ਰਾਤੋਂ ਰਾਤ ਸਿਉਂ ਕੇ ਉਸ ਗਧੇ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਖੇਤਾਂ 'ਚ ਛੱਡ ਆਏ ਹਨ। ਉਹ ਗਧੇ ਨੂੰ ਰਾਤ ਹੀ ਖੇਤਾਂ ਵਿੱਚ ਛੁਡਵਾ ਦਿੱਤਾ ਹੈ। ਔਰ ਇਹ ਜਿਹੜਾ ਖੋਤਾ ਹੈ ਹੁਣ ਖੇਤਾਂ ਵਿੱਚ ਬੜੇ ਆਰਾਮ ਨਾਲ ਚਾਰਾ ਚੁਗਣ ਲੱਗਾ ਹੈ, ਫਸਲਾਂ ਦੇ ਵਿੱਚ ਫਿਰਦਾ ਹੈ। ਜੋ ਜੀ ਚਾਹੁੰਦਾ ਹੈ, ਜਿਵੇਂ ਮਹਾਰਾਜ ਦੀ ਬਾਣੀ ਚਾਹੁੰਦੀ ਹੈ ਬਚਨ, ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹੀਂਗੈ ਮਰੈ। ਹਰੀ ਹਰੀ ਖੇਤੀ ਨੂੰ ਗਧਾ ਚਰਨ ਲੱਗਾ ਹੈ। ਬੇਲੇ ਬਰਿਓ ਹੋਤ ਅਨੁਸਾਰੀ। ਔਰ ਸਵੇਰ ਸਾਰ ਉਹ ਬੇਲੇ 'ਚ ਵੜ ਗਿਆ ਹੈ, ਖੇਤਾਂ 'ਚ ਜਾ ਵੜਿਆ ਹੈ, ਖੇਤ ਬੇਲਿਆਂ ਨੂੰ ਗਾਂਧਾ ਫਿਰਦਾ ਹੈ। ਲੋਕ ਗਰੀਬ ਦੇਖ ਕਰ ਆਏ। ਗਰੀਬ ਲੋਕ ਜਿਨ੍ਹਾਂ ਦੇ ਖੇਤਾਂ ਵਿੱਚ ਇਹ ਫਿਰਦਾ ਹੈ ਬੱਬਰ ਸ਼ੇਰ ਦੇ ਰੂਪ ਵਿੱਚ, ਹੈ ਤਾਂ ਗਧਾ
ਪਰ ਉੱਪਰ ਖਲ ਸ਼ੇਰ ਦੀ ਪਾਈ ਹੋਈ ਹੈ। ਉਹ ਸਵੇਰੇ ਉੱਠ ਕੇ ਜਦੋਂ ਆਪਣੇ ਖੇਤਾਂ ਵੱਲ ਗਏ ਨੇ ਤੇ ਵੇਖ ਕੇ ਡਰ ਗਏ ਨੇ। ਕਹਿੰਦੇ ਸਾਡੇ ਖੇਤਾਂ 'ਚ ਸ਼ੇਰ ਫਿਰਦਾ, ਸ਼ੇਰ ਸਾਡਾ ਨੁਕਸਾਨ ਕਰ ਦੇਵੇਗਾ। ਇਸ ਕਰਕੇ ਲੋਕਾਂ ਨੇ ਖੇਤਾਂ 'ਚ ਹਲ ਨਹੀਂ ਵਾਹੇ, ਖੇਤਾਂ 'ਚ ਜਾ ਕੇ ਕੰਮ ਨਹੀਂ ਕੀਤਾ। ਬੜੋ ਸ਼ੇਰ ਇੱਕ ਸਬਨ ਬਤਾਏ। ਸਾਰਿਆਂ ਨੇ ਆ ਕੇ ਕਲਗੀਧਰ ਪਾਤਸ਼ਾਹ ਨੂੰ ਦੱਸਿਆ, ਮਹਾਰਾਜ ਇੱਕ ਬੜਾ ਭਿਆਨਕ ਬੱਬਰ ਸ਼ੇਰ ਆਪਣੇ ਅਨੰਦਪੁਰ ਸਾਹਿਬ ਦੀ ਜੂਹ 'ਚ ਫਿਰ ਰਿਹਾ ਹੈ। ਬਨ ਮਹਿ ਵਿਚਰਤ ਮਾਰ ਨਾ ਖਹਿ। ਮਹਾਰਾਜ ਜੰਗਲ 'ਚ ਖੇਤਾਂ 'ਚ ਫਿਰਦਾ ਹੈ। ਅਸੀਂ ਆਪਣੇ ਖੇਤਾਂ 'ਚ ਕੰਮ ਕਰਨ ਜਾਣਾ ਹੈ, ਪਰ ਡਰ ਲੱਗਦਾ ਕਿਸੇ ਨੂੰ ਮਾਰ ਕੇ ਸ਼ੇਰ ਖਾ ਨਾ ਜਾਵੇ। ਗੁਰ ਭੀ ਸੁਨਿਓ ਤੂਸ ਨਹੀਂ ਹੋਵੇ। ਮਹਾਰਾਜ ਸੁਣ ਕੇ ਚੁੱਪ ਕਰ ਗਏ, ਕਿਉਂਕਿ ਮਹਾਰਾਜ ਤਾਂ ਸਭ ਜਾਣਦੇ ਸਨ ਵੀ ਇਹ ਸਾਡਾ ਹੀ ਕੌਤਕ ਹੈ। ਮਹਾਰਾਜ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਖੁਦਾ ਲਗੀ ਤੇ ਖੇਤੀ ਖਾਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿੰਡ ਵਾਲਿਆਂ ਨੇ ਦੱਸਿਆ, ਮਹਾਰਾਜ ਸਾਡੇ ਖੇਤਾਂ ਦੇ ਵਿੱਚ ਕੋਈ ਸ਼ੇਰ ਫਿਰਦਾ ਹੈ ਤੇ ਪਤਾ ਨਹੀਂ ਭੁੱਖ ਲੱਗੀ ਖੇਤੀ ਖਾ ਰਿਹਾ ਹੈ। ਡਰਤ ਲੋਕ ਕੋ ਨੇਰ ਨਾ ਜਾਏ। ਡਰਦਾ ਮਾਰਾ ਕੋਈ ਨੇੜੇ ਜਾਂਦਾ ਨਹੀਂ ਹੈ ਵੀ ਸ਼ੇਰ ਹੈ। ਸੋ ਸ਼ੇਰ ਦਾ ਬਾਣਾ ਵੇਖ ਕੇ ਸਾਧ ਸੰਗਤ ਜੀ ਖੇਤਾਂ ਵੱਲ ਕੋਈ ਵੀ ਜ਼ਿਮੀਂਦਾਰ ਮੂੰਹ ਨਹੀਂ ਕਰਦਾ। ਅਹ ਕੇਹਰੀ ਅਹ ਵਿਸਾਲਾ। ਸਾਰੇ ਆ ਕੇ ਮਹਾਰਾਜ ਨੂੰ ਦੱਸਦੇ ਨੇ ਵਾਰੀ ਵਾਰੀ, ਮਹਾਰਾਜ ਸਾਡੇ ਖੇਤਾਂ 'ਚ ਬੜਾ ਭਿਆਨਕ ਸ਼ੇਰ ਆ ਗਿਆ ਹੈ। ਭਾਜ ਜਾਹੇ ਸਭ ਹੀਰ ਕਰਾਲਾ। ਸਾਰਿਆਂ ਨੂੰ ਵੇਖ ਕੇ ਦੌੜਦੇ ਜਾਂਦੇ ਨੇ। ਜਿਹੜਾ ਵੀ ਖੇਤਾਂ ਵੱਲ ਜਾਂਦਾ ਸ਼ੇਰ ਦੇ ਦਰਸ਼ਨ ਕਰਕੇ ਵਾਪਸ ਦੌੜਦਾ ਹੈ। ਦਿਨ ਦਵੈ ਤੀਨ ਖੇਤ ਕੋ ਖਾਏ। 2-3 ਦਿਨ ਉਹ ਖੇਤੀ ਨੂੰ ਉਜਾੜਦਾ ਰਿਹਾ, ਖੇਤਾਂ 'ਚ ਫਿਰਦਾ ਰਿਹਾ। ਚੁਪਤ ਹੋਏ ਕਰ ਪੁਰ ਕੋ ਆਏ। ਔਰ ਰੱਜ ਕੇ ਸਾਧ ਸੰਗਤ ਜੀ ਉਹ ਜਿਹੜਾ ਗਧਾ ਸੀ ਸ੍ਰੀ ਅਨੰਦਪੁਰ ਸਾਹਿਬ ਵੱਲ ਆ ਗਿਆ। ਜਾਮ ਜਾਮ ਨਹੀਂ ਰਹੇਗੀ ਜਬੈ। ਜਦੋਂ ਬੜਾ ਰੌਲਾ ਜਿਹਾ ਪਿੰਡ ਵਿੱਚ ਪਿਆ ਰਿਹਾ 2 ਦਿਨ, ਤੀਜੇ ਦਿਨ ਸ਼ਾਮ ਨੂੰ ਜਦੋਂ ਰਾਤ ਲੰਘ ਗਈ, ਇੱਕ ਪਹਿਰ ਰਾਤ ਰਹਿ ਗਈ, ਘਰ ਕੋ ਲਾਲ ਕੇ ਆਇਓ ਤਬੈ। ਤੇ ਇਹ ਕੁਮਾਰਾਂ ਦੇ ਘਰ ਵੱਲ ਆ ਗਿਆ। ਇਹਨੂੰ ਆਪਣਾ ਘਰ ਯਾਦ ਆ ਗਿਆ, ਆਪਣਾ ਭਾਈਚਾਰਾ ਯਾਦ ਆ ਗਿਆ, ਆਪਣੇ ਮਾਲਕ ਘੁਮਿਆਰ ਦੀ ਯਾਦ ਆ ਗਈ ਤੇ ਇਹ ਘੁਮਿਆਰਾਂ ਦੇ ਘਰ ਵੱਲ ਹੌਲੇ ਹੌਲੇ ਆ ਰਿਹਾ ਹੈ। ਵਾਰ ਅਗਾਰੀ ਠੰਡ ਹੋਏ। ਤੇ ਹੈ ਤਾਂ ਗਧਾ ਸੀ, ਸ਼ੇਰ ਦੀ ਖੱਲ ਪਾਈ ਹੋਈ ਸੀ। ਆ ਕੇ ਘੁਮਾਰਾਂ ਦੇ ਘਰ ਦੇ ਬੂਹੇ ਅੱਗੇ ਖਲੋ ਗਿਆ। ਰਾਤ ਹੋਤ ਲੋ ਸਥਿਰ ਸੋਏ। ਉਹ ਦਿਨ ਚੜੇ ਤਾਈਂ ਉੱਥੇ ਹੀ ਖੜਾ ਰਿਹਾ ਸੁੰਨ ਮੁੰਨ ਹੋ ਕੇ। ਜਬ ਕੁਲਾਲ ਨੇ ਦਵਾਰ ਉਗਾਰਾ। ਜਦੋਂ ਘੁਮਿਆਰ ਨੇ ਸਵੇਰੇ ਉੱਠ ਕੇ ਆਪਣਾ ਬੂਹਾ ਖੋਲਿਆ, ਹਰੋ ਕੇ ਹਰੀ ਭੀਮ ਨਿਹਾਰਾ। ਬੜਾ ਭਿਆਨਕ ਸ਼ਕਲ ਵਾਲਾ ਸ਼ੇਰ ਖੜਾ ਵੇਖਿਆ। ਬਹੁਰ ਭੇਰ ਕਰ ਹੀਰਨ ਲੱਗਾ। ਤੇ ਫਿਰ ਉਹਨੇ ਫਟਾਫਟ ਬੂਹਾ ਬੰਦ ਕਰ ਲਿਆ ਵੀ ਮੇਰੇ ਬੂਹੇ ਅੱਗੇ ਸ਼ੇਰ ਖੜਾ। ਇੱਕਦਮ ਬੂਹਾ ਖੋਲਿਆ, ਪਰ ਸ਼ੇਰ ਦੇ ਦਰਸ਼ਨ ਹੁੰਦਿਆਂ ਸਾਰ ਉਸੇ ਵੇਲੇ ਤਪਾਕ ਫਟਾਫਟ ਫਾਟਕ ਬੰਦ ਕਰ ਲਏ, ਦਰਵਾਜ਼ੇ ਬੰਦ ਕਰ ਲਏ ਤੇ ਦਰਵਾਜ਼ੇ ਦੀ ਝੀਤ ਵਿੱਚੋਂ ਬਾਹਰ ਦੇਖਣ ਲੱਗਾ ਹੈ। ਹਲੇ ਨਾ ਚਲ ਹੈ ਨਾ ਇੱਕ ਉਤ ਆਗਾ। ਕਹਿੰਦੇ ਕਿਹੋ ਜਿਹਾ ਸ਼ੇਰ ਹੈ, ਨਾ ਹਲਦਾ ਨਾ ਚੱਲਦਾ ਨਾ ਅੱਗੇ ਪਿੱਛੇ ਹੁੰਦਾ ਤੇ ਨਾ ਹੀ ਆਪਣੀ ਗਰਦਨ ਹਿਲਾ ਰਿਹਾ ਹੈ। ਇਹ ਸੁੰਨ ਮੁੰਨ ਹੋ ਕੇ ਖੜਾ ਹੈ। ਰੂਪ ਸ਼ੇਰ ਕੋ ਕਰਨੀ ਨਾਹੇ ਨਾ। ਇਹਦਾ ਰੂਪ ਤਾਂ ਸ਼ੇਰਾਂ ਵਾਲਾ ਹੈ, ਪਰ ਇਹਦੀ ਕਰਨੀ ਕਰਤੂਤ ਸ਼ੇਰਾਂ ਵਾਲੀ ਨਹੀਂ ਹੈ। ਇਮ ਕਬ ਕਰ ਖਰੋ ਹੋਤ ਡਰ ਜਾਹੇ ਨਾ। ਸ਼ੇਰ ਤਾਂ ਇਦਾਂ ਕਦੀ ਖਲੋਂਦਾ ਨਹੀਂ ਹੁੰਦਾ, ਸ਼ੇਰ ਤਾਂ ਕਿਸੇ ਤੋਂ ਡਰਦਾ ਨਹੀਂ ਹੁੰਦਾ। ਸ਼ੇਰ ਤਾਂ ਹਰਕਤ ਵਿੱਚ ਰਹਿੰਦਾ, ਤਿਆਰ ਪਰ ਤਿਆਰ ਰਹਿੰਦਾ ਤੇ ਇਹ ਚੁੱਪ ਚਪੀਤੇ ਖੜਾ ਹੈ। ਸਨੇ ਸਨੇ ਨੀ ਕੇ ਜਬ ਹੀਰਾ। ਉਹਨੇ ਚੰਗਾ ਚਿਰ ਅੱਧਾ ਘੰਟਾ ਲਗਭਗ ਅੰਦਰੋਂ ਦੇਖਦਾ ਰਿਹਾ, ਉਹਦਾ ਅੰਦਾਜ਼ਾ ਲਾਉਂਦਾ ਰਿਹਾ ਘੁਮਾਰ। ਇਹ ਤੋ ਕੇ ਹਰ ਨਹੀਂ ਵਡੇਰਾ। ਫਿਰ ਉਹਨੇ ਅੰਦਾਜ਼ਾ ਲਾ ਲਿਆ, ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਸ਼ੇਰ ਨਹੀਂ ਹੈ। ਮੇਰੇ ਜਾਏ ਲੀਨ ਗਹਿ ਤਾਹੀ। ਉਹਨੇ ਹੌਲੇ ਹੌਲੇ ਜਾ ਕੇ ਉਹਨੂੰ ਕੋਲ ਜਾ ਕੇ ਨਾ ਡਰਦੇ ਡਰਦੇ ਨੇ ਫੜਨ ਦੀ ਕੋਸ਼ਿਸ਼ ਕੀਤੀ ਤੇ ਫੜ ਲਿਆ ਤੀ ਲਸ਼ਟ ਕਾ ਪ੍ਰਿਸ਼ਟੀ ਮਾਹੀ। ਤੇ ਉਹਦੀ ਲੱਕ ਦੇ ਵਿੱਚ ਡੰਡਾ ਮਾਰਿਆ ਪੀੜ ਪਲਾਣ ਬਗੰਬਰ ਲਾਹਿਓ। ਔਰ ਉਹਨੂੰ ਫੜ ਕੇ ਉਤੋਂ ਸ਼ੇਰ ਦੀ ਖੱਲ ਲਾਹ ਦਿੱਤੀ ਗੁਣ ਲਾਦ ਕਿਤ ਜਾਵਨ ਚਾਹਿਓ। ਤੇ ਪਛਾਣ ਲਿਆ ਵੀ ਇਹ ਤਾਂ ਮੇਰਾ ਉਹੀ ਗਧਾ ਹੈ ਜਿਹੜਾ 3 ਦਿਨ ਦਾ ਗੁੰਮਿਆ ਹੋਇਆ ਸੀ, ਲੱਭਦਾ ਨਹੀਂ ਸੀ ਪਿਆ। ਉਤੋਂ ਖੱਲ ਲਾਹ ਕੇ ਸ਼ੇਰ ਦੀ ਤੇ ਖੁਰਜੀ ਪਾ ਰਹੀ ਉੱਤੇ। ਖੁਰਜੀ ਜਿਹੜੀ ਸਾਧ ਸੰਗਤ ਜੀ ਦੋਵੇਂ ਪਾਸੇ ਲਟਕਾਈ ਹੁੰਦੀ ਹੈ, ਉਹਦੇ 'ਚ ਇੱਟਾਂ ਭਾਂਡੇ ਜੋ ਵੀ ਘੁਮਾਰ ਨੇ ਲੱਦਣਾ ਹੁੰਦਾ ਵਿੱਚ ਪਾ ਕੇ ਤੇ ਲੱਦ ਕੇ ਜਾਂਦਾ। ਸੋ ਗਧੇ ਉੱਤੇ ਖੁਰਜੀ ਪਾ ਕੇ
ਤੇ ਉਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਭ ਪੁਰ ਮਹਿ ਭਾ ਬਿਦਤ ਪ੍ਰਸੰਗ, ਇਹ ਗੱਲ ਸਾਰੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਸਰ ਗਈ। ਕਿਨਹੁ ਜਾਏ ਕਹਿਓ ਗੁਰ ਸੰਗ, ਤੇ ਕਿਸੇ ਨੇ ਜਾ ਕੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਵੀ ਦੱਸਿਆ। ਕਹਿਤ ਹੁਤੇ ਨਰ ਜਿਸ ਕੋ ਸ਼ੇਰ, ਸਤਿਗੁਰੂ ਜੀ ਜਿਸ ਸ਼ੇਰ ਦੀ ਚਰਚਾ ਸੁਣਦੇ ਸੀ 3 ਦਿਨ ਤੋਂ ਰੌਲਾ ਪਿਆ ਹੋਇਆ ਸੀ ਵੀ ਸ਼ੇਰ ਆ ਗਿਆ ਹੈ, ਸ਼ੇਰ ਆ ਗਿਆ ਹੈ। ਕਹਿਓ ਸੁਖਾਰ ਕੁਲਾਲ ਨਹਿਰ, ਉਹ ਤਾਂ ਮਹਾਰਾਜ ਖੋਤਾ ਨਿਕਲਿਆ ਹੈ, ਕੁਮਾਰਾਂ ਦੇ ਘਰ ਆ ਗਿਆ ਸੀ, ਕਿਉਂਕਿ ਉਸੇ ਕੁਮਾਰ ਦਾ ਉਹ ਖੋਤਾ ਸੀ। ਤੇ ਆ ਕੇ ਆਪਣੇ ਮਾਲਕ ਦੇ ਬੂਹੇ ਤੇ ਖਲੋ ਗਿਆ। ਕੁਮਾਰ ਨੇ ਪਛਾਣ ਲਿਆ ਵੀ ਇਹ ਮੇਰਾ ਹੀ ਗਧਾ ਗੁੰਮਿਆ ਹੋਇਆ ਜਿਹੜਾ 3-4 ਦਿਨਾਂ ਦਾ। ਉਹਨੇ ਉੱਤੋਂ ਖਲ ਲਾਈ ਤੇ ਆਪਣੀ ਖੁਰਜੀ ਪਾ ਕੇ ਉਹਨੂੰ ਫਿਰ ਕੰਮ ਤੇ ਲਾ ਲਿਆ ਹੈ। ਗੁਣ ਮਿਰਗ ਛਾਲ ਉਤਾਰੀ, ਉੱਤੋਂ ਸ਼ੇਰ ਦੀ ਖਲ ਲਾ ਕੇ ਤੇ ਉੱਤੇ ਗੂਣ ਲੱਦ ਦਿੱਤੀ ਹੈ, ਖੁਰਜੀ ਪਾ ਦਿੱਤੀ ਹੈ। ਡਰੇ ਲੋਕ ਭਾ ਕੌਤਕ ਭਾਰੀ, ਮਹਾਰਾਜ ਬੜਾ ਅਚਰਜ ਕੌਤਕ, ਸਾਰਾ ਪਿੰਡ ਡਰਿਆ ਰਿਹਾ 2 ਦਿਨ, ਕੋਈ ਬਾਹਰ ਹੀ ਨਹੀਂ ਗਿਆ ਡਰਦਾ ਮਾਰਾ। ਸਭ ਸਤਿਗੁਰ ਸਭ ਹੁਣ ਸੁਨਾਇਓ, ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਾਰਾ ਖਾਲਸਾ ਇਕੱਠਾ ਕਰ ਲਿਆ। ਸਾਰੇ ਸਿੰਘਾਂ ਨੂੰ ਪਤਾ ਲੱਗ ਚੁੱਕਾ ਸੀ ਇਸ ਕੌਤਕ ਦਾ ਕਿ ਦੇਖੋ 2-3 ਦਿਨ ਤੋਂ ਬਾਅਦ ਸ਼ੇਰ ਆਇਆ, ਸ਼ੇਰ ਆਇਆ, ਸ਼ੇਰ ਆਇਆ ਦਾ ਰੌਲਾ ਸੀ। ਅੱਜ ਪਤਾ ਲੱਗਾ ਵੀ ਉਹ ਸ਼ੇਰ ਨਹੀਂ ਸੀ, ਉਹ ਤਾਂ ਗਧਾ ਸੀ, ਉੱਤੇ ਸ਼ੇਰ ਦੀ ਖਾਲੀ ਪਾਈ ਹੋਈ ਸੀ। ਮਹਾਰਾਜ ਨੇ ਉਸ ਵੇਲੇ ਸਾਰੇ ਖਾਲਸੇ ਪੰਥ ਨੂੰ ਬਿਠਾ ਕੇ ਸਮਝਾਇਆ ਹੈ। ਇਹੋ ਦ੍ਰਿਸ਼ਟਾਂਤ ਤੁਮਹਿ ਦਿਖਰਾਇਓ, ਮਹਾਰਾਜ ਕਹਿੰਦੇ ਦੇਖੋ ਖਾਲਸਾ ਜੀ, ਇਹ ਜਿਹੜਾ ਦ੍ਰਿਸ਼ਟਾਂਤ ਹੈ ਨਾ ਸ਼ੇਰ ਦੇ ਉੱਤੇ ਗਧੇ ਉੱਤੇ ਸ਼ੇਰ ਦੀ ਖੱਲ ਪਾਉਣ ਵਾਲਾ, ਇਹ ਤੁਹਾਨੂੰ ਦਰਸਾਇਆ ਹੈ। ਜਾਤ ਪਾਤ ਮਹਿ ਰਾਸ਼ਬ ਜੈਸੇ, ਜਿਹੜੀਆਂ ਜਾਤਾਂ ਪਾਤਾਂ ਨੇ ਨਾ, ਬਰਾਦਰੀਆਂ ਨੇ, ਅਸੀਂ ਜਾਟਾਂ, ਅਸੀਂ ਬਾਣੀਏ, ਅਸੀਂ ਖੱਤਰੀਆਂ, ਅਸੀਂ ਵੈਸ਼ਨੂ ਆ, ਅਸੀਂ ਫਲਾਣੇ ਸੰਪਰਦਾ ਦੇ ਆ, ਅਸੀਂ ਫਲਾਣੇ ਧਰਮ ਦੇ ਹਾਂ। ਇਹ ਜਿਹੜੀਆਂ ਜਾਤਾਂ ਪਾਤਾਂ ਨੇ, ਇਹਨਾਂ ਵਿੱਚ ਜਿਹੜਾ ਫਸਿਆ ਹੋਇਆ ਹੈ ਉਹ ਗਧੇ ਦੀ ਨਿਆਈ ਹੈ। ਪਸੀ ਕੁਲਾਲ ਲਾਜ ਮਹਿ ਤੈਸੇ, ਤੇ ਉਹਨੂੰ ਕੁਮਾਰ ਦੀ ਲਾਜ ਵਿੱਚ ਵੱਜਣਾ ਪੈਂਦਾ ਹੈ, ਉਹਦੇ ਵਿੱਚ ਰਹਿਣਾ ਪੈਂਦਾ ਹੈ। ਜਿਹੜੇ ਗਧੇ ਹਨ ਉਹਨਾਂ ਨੂੰ ਕੁਮਾਰਾਂ ਦੀ ਜਿਹੜੀ ਖੁਰਜੀ ਹੈ, ਉਹਨਾਂ ਦੀ ਗੂਣ ਹੈ, ਉਹ ਆਪਣੀ ਪਿੱਠ ਤੇ ਚੁੱਕਣੀ ਪੈਂਦੀ ਹੈ। ਇਸ ਤੇ ਸਤਿਗੁਰ ਲਏ ਨਿਕਾਸ, ਉਹ ਜਿਹੜੀ ਜਾਤ ਬਰਾਦਰੀ ਦਾ, ਭਾਈਚਾਰੇ ਦਾ, ਸਮਾਜ ਦਾ ਪ੍ਰਭਾਵ ਹੈ। ਅਸੀਂ ਫਲਾਣੀ ਜਾਤ ਦੇ ਹਾਂ, ਸਾਡੀ ਇਹ ਮਰਜ਼ਾਦਾ ਹੈ, ਅਸੀਂ ਫਲਾਣੀ ਜਾਤ ਦੇ ਹਾਂ, ਸਾਡੀ ਇਹ ਮਰਜ਼ਾਦਾ ਹੈ। ਜਿਹੜੇ ਇਹਦੇ 'ਚ ਫਸੇ ਰਹਿਣਗੇ, ਆਪਣੀ ਆਪਣੀ ਜਾਤੀ ਦਾ, ਆਪਣੇ ਸਮਾਜ ਦਾ ਹੀ ਪ੍ਰਭਾਵ ਕਬੂਲਣਗੇ। ਮਹਾਰਾਜ ਕਹਿੰਦੇ ਉਹ ਗਧੇ ਦੀ ਨਿਆਈ ਹਨ। ਬਖਸ਼ੇ ਸਕਲ ਪਦਾਰਥ ਪਾਸ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਉਸ ਗਧੇ ਵਾਲੀ ਜਿਹੜੀ ਬਰਾਦਰੀਵਾਦ ਹੈ, ਭਾਈ ਜਿਹੜੀ ਜਾਤੀਵਾਦ ਹੈ, ਉਹਦੇ ਵਿੱਚੋਂ ਖਾਲਸੇ ਨੂੰ ਕੱਢ ਲਿਆ ਹੈ ਔਰ ਸਾਰੇ ਪਦਾਰਥ ਖਾਲਸੇ ਨੂੰ ਦਿੱਤੇ ਹਨ। ਸ੍ਰੀ ਅਸਤੁਜ ਕੋ ਦੇ ਕਰ ਬਾਣਾ, ਔਰ ਖਾਲਸੇ ਨੂੰ ਸ੍ਰੀ ਅਸਤੁਜ ਦਾ, ਉਸ ਜੋ ਪਰਮੇਸ਼ਰ ਅਕਾਲ ਪੁਰਖ ਹੈ, ਉਹਦੇ ਨਿਸ਼ਾਨ ਸਾਹਿਬ ਉੱਤੇ ਸਾਧ ਸੰਗਤ ਜੀ ਆਸ ਨਾਮ ਖੰਡੇ ਦਾ ਹੈ। ਜਿਹਦੇ ਝੰਡੇ ਉੱਤੇ ਖੰਡਾ ਹੈ ਉਹਨੂੰ ਅਸਤੁਜ ਕਹਿੰਦੇ ਹਨ। ਉਸ ਅੱਜ ਅਸਤੁਜ ਦਾ ਬਾਣਾ ਹੈ ਇਹ ਖਾਲਸੇ ਦਾ, ਨੀਲਾ ਬਾਣਾ, ਸ਼ਸਤਰ ਧਾਰੀ, ਕੇਸਾ ਧਾਰੀ, ਤਿਆਰ ਪਰ ਤਿਆਰ, ਇਹ ਸਰੂਪ ਤੁਹਾਨੂੰ ਦਿੱਤਾ ਹੈ। ਸਭ ਤੇ ਉੱਚੇ ਕਰੇ ਸੁਤਾਣਾ, ਸਾਰਿਆਂ ਤੋਂ ਉੱਚੇ ਬਲ ਵਾਲੇ, ਸ਼ਕਤੀ ਵਾਲੇ ਸਿੰਘ ਕਰ ਦਿੱਤੇ ਹਨ। ਰਤ ਵਿਖੇ ਸ਼ੁਭ ਭੋਗ ਵਿਸਾਲੇ, ਇਸ ਲੋਕ ਦੇ ਵਿੱਚ, ਸੰਸਾਰ ਦੇ ਵਿੱਚ ਸਾਰੇ ਸੁੱਖ ਦਿੱਤੇ ਹਨ। ਪਲਤ ਵਿਖੇ ਮੈਂ ਕਰੋ ਸੰਭਾਲੇ, ਤੇ ਪਰਲੋਕ ਵਿੱਚ ਵੀ ਇਹ ਸੰਭਾਲ ਕਰਾਂਗੇ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਮਹਾਰਾਜ ਅਕਾਲ ਪੁਰਖ ਕਲਗੀਧਰ ਪਾਤਸ਼ਾਹ ਬਚਨ ਕਰ ਰਹੇ ਨੇ ਕਿ ਇਸ ਖਾਲਸੇ ਨੂੰ ਬਾਣਾ ਸ਼ੇਰ ਦਾ ਦਿੱਤਾ ਹੈ। ਸੰਸਾਰ ਵਿੱਚ ਵੀ ਖਾਲਸੇ ਦਾ ਬੋਲਬਾਲਾ ਰਹੇਗਾ ਤੇ ਪਰਲੋਕ ਵਿੱਚ ਵੀ ਇਹਦਾ ਆਨੰਦ ਬਣਿਆ ਰਹੇਗਾ। ਉਤਮ ਪਦ ਮੈਂ ਤੱਕ ਪਹੁੰਚਾਉਂ, ਜਦੋਂ ਇਹ ਖਾਲਸਾ ਧਰਮ ਯੁੱਧ ਕਰਦਾ ਹੋਇਆ ਮੈਦਾਨੇ ਜੰਗ ਵਿੱਚ ਜੂਝ ਜਾਏਗਾ ਤਾਂ ਉਸ ਵੇਲੇ ਇਸ ਨੂੰ ਪਰਮ ਪਦਵੀ ਸੱਚਖੰਡ ਦੇ ਵਾਸੀ ਬਣਾਵਾਂਗੇ। ਕੰਮ ਬਸ ਪਰਵੇ ਤੇ ਛੁਟਕਾਉਂ, ਫਿਰ ਜਮਾ ਦੇ ਵਾਸ ਨਹੀਂ ਪਏਗਾ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਸੰਖ ਚੱਕਰ ਮਾਲਾ ਤਿਲਕ ਬਿਰਾਜਤ, ਦੇਖ ਪ੍ਰਤਾਪ ਜਮ ਡਰਿਓ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਸਰੂਪ ਹੀ ਐਸਾ ਹੈ, ਉਹਦੇ ਸਰੂਪ ਦਾ ਚਿੰਤਨ ਕਰਨ ਵਾਲੇ ਦੇ ਨੇੜੇ ਜਮਦੂਤ ਆ ਹੀ ਨਹੀਂ ਸਕਦੇ। ਜਿਮਰਾ ਸ਼ਬ ਧਰ ਕੇ ਹਰ ਬਾਣਾ, ਮਹਾਰਾਜ ਕਹਿੰਦੇ ਖਾਲਸਾ ਜੀ, ਜਿਵੇਂ ਗਧੇ ਨੇ ਸ਼ੇਰ ਦਾ ਬਾਣਾ ਪਾ ਲਿਆ ਸੀ, ਇਨ ਡਰ ਕਰਿਓ ਖੇਤ ਗਨ ਖਾਨਾ, ਤੇ ਬੇਖੌਫ ਹੋ ਕੇ ਖੇਤਾਂ ਨੂੰ ਖਾ ਰਿਹਾ ਸੀ। ਹੈ ਤਾਂ ਗਧਾ ਸੀ ਪਰ ਬਾਣਾ ਸ਼ੇਰ ਦਾ ਪਾਇਆ ਹੋਇਆ ਸੀ ਤੇ ਖੇਤਾਂ 'ਚ 3 ਦਿਨ ਰਾਜ ਕੀਤਾ ਹੈ।
ਮੌਜਾਂ ਲਈਆਂ ਹਨ। ਪੁਨ ਕੁਲਾਲ ਕੇ ਭਵਿਸ਼ ਹੋ ਜਾਈ। ਪਰ ਜਦੋਂ ਕੁਮਾਰਾਂ ਦੇ ਘਰ ਵੱਲ ਮੂੰਹ ਕਰ ਲਿਆ, ਜਦੋਂ ਆਪਣੇ ਭਾਈਚਾਰੇ ਕੋਲ ਗਧਿਆਂ ਕੋਲ ਜਾ ਖਲੋਤਾ ਹੈ, ਲਾਦ ਗੁਣ ਕੋ ਲਸ਼ਟ ਲਗਾਈ। ਤਾਂ ਉਸ ਘੁਮਿਆਰ ਨੇ ਫਿਰ ਆਪਣੀ ਗੂਣ ਉੱਤੇ ਲੱਦ ਲਈ ਹੈ। ਉੱਤੇ ਲੱਦ ਕੇ ਆਪਣੇ ਕਿੱਟਾਂ ਰੋੜੇ ਭਾਰ ਪਾ ਕੇ ਡੰਡਾ ਵੀ ਮਾਰਿਆ ਹੈ। ਇਸੇ ਤਰ੍ਹਾਂ ਖਾਲਸਾ ਜੀ, ਕਿਸ ਹੋਏ ਸਿੰਘ ਜਾਤ ਮੈਂ ਪਰੈ। ਜੇ ਕੋਈ ਸਿੰਘ ਹੋ ਕੇ ਫਿਰ ਜਾਤਾਂ ਬਰਾਦਰੀਆਂ 'ਚ ਫਸਣਗੇ, ਆਪਣੇ ਪਿਛਲੇ ਭਾਈਚਾਰੇ 'ਚ ਵਰਨ ਵੰਡ ਵਿੱਚ ਅਸੀਂ ਬਾਹਮਣ ਆ, ਅਸੀਂ ਖੱਤਰੀ ਆ, ਅਸੀਂ ਵੈਸ਼ ਸ਼ੂਦਰ ਆ, ਅਸੀਂ ਆਪਣੇ ਭਾਈਚਾਰੇ ਵਿੱਚ ਜਾਈਏ, ਜਦੋਂ ਇਹ ਸੋਚ ਕੇ ਪਿਛਾਂ ਮੁੜਨਗੇ ਤਾਂ ਫਿਰ ਗਧਿਆਂ ਦੀ ਤਰ੍ਹਾਂ ਉਹਨਾਂ ਦੇ ਉੱਤੇ ਦੁਨੀਆਦਾਰੀ ਦਾ, ਜਾਤ ਪਾਤ ਦਾ, ਜ਼ਿੰਮੇਵਾਰੀ ਦਾ ਭਾਰ ਪੈ ਜਾਵੇਗਾ। ਸ਼ਸਤਰ ਪੈ ਕੋਈ ਨਾ ਧਰੈ। ਸ਼ਸਤਰ ਤਿਆਗ ਦੇਣਗੇ, ਦਾੜੀ ਕੇਸ ਕਟਾ ਦੇਣਗੇ, ਫਿਰ ਇਹਨਾਂ ਤੋਂ ਕੋਈ ਡਰੇਗਾ ਨਹੀਂ। ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਕਹਿੰਦੇ ਜਦੋਂ ਇਹ ਦੁਨੀਆ ਦੀ ਪਰਵਾਹ ਕਰਨ ਲੱਗ ਜਾਣਗੇ, ਲੋਕਾਂ ਦੇ ਮਗਰ ਲੱਗਣਗੇ, ਭਾਈਚਾਰੇ, ਜਾਤ ਬਰਾਦਰੀ, ਆਪਣੇ ਪਤਨੀ ਦੇ, ਆਪਣੇ ਸਹੁਰਿਆਂ ਦੇ, ਆਪਣੇ ਚਾਚੇ ਤਾਇਆਂ ਦੇ ਆਖੇ ਲੱਗ ਕੇ, ਕਿਉਂਕਿ ਸੰਸਾਰ ਵਾਲਿਆਂ ਨੇ ਤਾਂ ਇਹੀ ਕਹਿਣਾ, ਤੂੰ ਕੀ ਸ਼ਸਤਰ ਚੁੱਕੀ ਫਿਰਦਾ, ਐਨੀ ਢਾਲ ਤਲਵਾਰ ਚੁੱਕੀ ਫਿਰਦਾ, ਤੂੰ ਬਰਛਾ ਚੁੱਕੀ ਫਿਰਦਾ, ਦਾੜੀ ਕਿਉਂ ਇੰਨੀ ਲੰਮੀ ਕਰ ਲਈ ਹੈ, ਕੇਸ ਕਿਉਂ, ਦਮਾਲਾ ਕਿਉਂ ਸਜਾਇਆ। ਇੱਦਾਂ ਜਿਹੜੇ ਬਚਨ ਕਹਿਣਗੇ ਤੇ ਉਹਨਾਂ ਬਚਨਾਂ ਨੂੰ ਸੁਣ ਕੇ ਉਹਨਾਂ ਦੇ ਮਗਰ ਲੱਗ ਕੇ ਆਪਣੇ ਕੇਸ ਮਨਾ ਲੈਣੇ, ਬਾਣਾ ਛੱਡ ਦੇਣਾ, ਬਾਣੀ ਛੱਡ ਦੇਣੀ, ਤੇ ਉਹ ਫਿਰ ਜਾਤ ਪਾਤ ਦੀ ਗੂਣ ਉੱਤੇ ਆ ਜਾਂਦੀ ਹੈ। ਫਿਰ ਸੰਸਾਰ ਦਾ ਭਾਰ ਉੱਤੇ ਪੈ ਜਾਂਦਾ, ਫਿਰ ਬੰਦਾ ਗਧੇ ਦਾ ਗਧਾ ਹੀ ਰਹਿ ਜਾਂਦਾ। ਉਹ ਗੁਰੂ ਕਲਗੀਧਰ ਦਾ ਸ਼ੇਰ ਨਹੀਂ ਬਣ ਸਕਦਾ। ਕਰਤਕਾਰ ਕੋ ਕਰਤ ਗਵਾਵੇ। ਉਹ ਲੋਕ ਦੇ ਵਿੱਚ ਕੰਮਾਂ ਕਾਰਾਂ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਜਾਂਦਾ। ਉਹ ਸੰਸਾਰ ਦੇ ਲੋਕਾਂ ਦੀਆਂ ਵਗਾਰਾਂ ਹੀ ਭਰਦਾ ਫਿਰਦਾ, ਸੰਸਾਰ ਦੇ ਲੋਕਾਂ ਦੇ ਮਗਰ ਲੱਗਾ ਫਿਰਦਾ, ਕਿਉਂਕਿ ਸੰਸਾਰ ਜਿੰਨੇ ਵੀ ਰਿਸ਼ਤੇਦਾਰ, ਸਾਕ ਸੰਬੰਧੀ ਸਾਨੂੰ ਮਿਲਦੇ, ਉਹ ਸਾਡੇ ਵਾਸਤੇ ਨਹੀਂ ਮਿਲਦੇ, ਉਹ ਆਪਣੇ ਵਾਸਤੇ ਮਿਲਦੇ ਹੈ। ਹਰ ਬੰਦੇ ਨੂੰ ਆਪਣਾ ਆਪਣਾ ਮਤਲਬ ਹੁੰਦਾ। ਮਾਂ ਬਾਪ ਕਹਿੰਦੇ ਸਾਡਾ ਬੱਚਾ ਸਾਡੇ ਕਹਿਣੇ ਵਿੱਚ ਹੀ ਚੱਲੇ, ਗੁਰੂ ਤੋਂ ਕੀ ਲੈਣਾ ਹੈ। ਪਤਨੀ ਕਹਿੰਦੀ ਮੇਰਾ ਪਤੀ ਹੈ, ਮੇਰੇ ਕਹਿਣੇ ਵਿੱਚ ਚੱਲੇ, ਗੁਰੂ ਤੋਂ ਕੀ ਲੈਣਾ ਹੈ। ਬੱਚੇ ਵੀ ਕਹਿੰਦੇ ਸਾਡਾ ਬਾਪੂ ਸਾਡਾ ਹੀ ਕੰਮ ਕਰੇ, ਗੁਰੂ ਤੋਂ ਕੀ ਲੈਣਾ ਹੈ। ਇਸੇ ਤਰ੍ਹਾਂ ਬਾਹਰਲਾ ਸਮਾਜ, ਰਿਸ਼ਤੇਦਾਰ, ਭੈਣ ਭਾਈ, ਸਾਕ ਸੰਬੰਧੀ, ਸਭ ਦੁਨੀਆ ਚਾਹੁੰਦੀ ਹੈ ਵੀ ਦੂਸਰੇ ਮੇਰੇ ਵਰਗੇ ਬਣ ਜਾਣ, ਤੇ ਗੁਰੂ ਕੇ ਸਿੱਖਾਂ ਨੂੰ ਵੀ ਘੜੀਸ ਘੜੀਸ ਕੇ ਆਪਣੇ 'ਚ ਲਿਆਉਣਾ ਚਾਹੁੰਣਗੇ। ਮਹਾਰਾਜ ਕਹਿੰਦੇ ਜਿਹੜਾ ਤਾਂ ਹੋਵੇਗਾ ਸ਼ੇਰ ਦੇ ਬਾਣੇ ਵਿੱਚ, ਉਹਦੇ ਤੇ ਨੇੜੇ ਨਹੀਂ ਜਾਣਗੇ, ਪਰ ਜਿਹੜਾ ਸ਼ੇਰ ਦਾ ਬਾਣਾ ਪਾ ਕੇ ਫਿਰ ਇਹਨਾਂ ਵਿੱਚ ਜਾ ਕੇ ਬੈਠੇਗਾ, ਉਹਦਾ ਬਾਣਾ ਉਤਰਾ ਦੇਣਗੇ। ਫਿਰ ਕਹਿਣਗੇ ਤੂੰ ਛੱਡ, ਆ ਕੀ ਚੁੱਕੀ ਫਿਰਦਾ, ਭਾਰ ਚੁੱਕੀ ਫਿਰਦਾ, ਕਿਰਪਾਨ ਪਾਈ ਆ, ਕੇਸ ਰੱਖੇ ਨੇ, ਸ਼ਸਤਰ ਰੱਖੇ ਨੇ, ਇਹ ਛੱਡ ਦੇ ਸਾਰਾ ਕੁਛ। ਮਹਾਰਾਜ ਕਹਿੰਦੇ ਇਸ ਤਰ੍ਹਾਂ ਤੁਹਾਨੂੰ ਕਹਿਣਗੇ, ਤੇ ਫਿਰ ਜਿਹੜਾ ਇਹਨਾਂ ਦਾ ਕਹਿਣਾ ਮੰਨ ਲਏਗਾ ਉਹ ਤਾਂ ਗਧਿਆਂ 'ਚ ਰਲ ਜਾਏਗਾ। ਜਿਹੜਾ ਇਹਨਾਂ ਦਾ ਕਹਿਣਾ ਨਹੀਂ ਮੰਨੇਗਾ, ਗੁਰੂ ਦਾ ਬਾਣਾ ਸਾਂਭ ਕੇ ਰੱਖੇਗਾ, ਬਾਣੀ ਸਾਂਭ ਕੇ ਰੱਖੇਗਾ, ਉਹ ਸ਼ੇਰਾਂ ਦੀ ਤਰ੍ਹਾਂ ਰਹੇਗਾ। ਭਲਤ ਸਹਾਇਕ ਕੋਈ ਨਾ ਪਾਵੇ। ਇਹ ਦੁਨੀਆ ਦਾ ਆਪਣੇ ਕੰਮ ਕਰਾਏਗੀ, ਆਪਣੀ ਗੂਣ ਉੱਤੇ ਲੱਦੇਗੀ। ਇੱਥੇ ਸੰਸਾਰ ਦੇ ਵਿੱਚ ਸਾਰੀ ਉਮਰ ਧੱਕੇ ਖਾਂਦਿਆਂ ਲੋਕਾਂ ਦੇ 10 ਕੰਮ ਕਰਦੇ ਹੋ ਤੁਸੀਂ, ਕਿਸੇ ਦੇ ਇੱਕ ਕੰਮ ਨਾ ਕਰੋ, ਉਹ ਪਿਛਲੇ 10 ਭੁੱਲ ਜਾਣਗੇ ਤੇ ਇੱਕ ਕੰਮ ਪਿੱਛੇ ਗਾਲਾਂ ਕੱਢਣਗੇ। 150 ਵਾਰੀ ਤੁਸੀਂ ਕਿਸੇ ਨੂੰ ਪਾਰਟੀਆਂ ਦਿਓ, ਰੋਟੀਆਂ ਖਵਾਓ, ਤੇ ਇੱਕ ਵਾਰੀ ਕੋਈ ਇਹੋ ਜਿਹਾ ਸਮਾਂ ਵੀ ਚਾਹ ਦਾ ਘੁੱਟ ਨਾ ਪਿਆਓ, ਉਹ 50-100 ਵਾਰੀ ਖਵਾਇਆ ਪਿਆ ਇੱਕ ਪਾਸੇ, ਤੇ ਉਹ ਚਾਹ ਦੀ ਪਿਆਲੀ ਨਾ ਪਿਆਈ ਇੱਕ ਪਾਸੇ। ਇਸ ਤਰ੍ਹਾਂ ਇਹ ਸੰਸਾਰ ਦੀ ਰੀਤ ਹੈ। ਮਹਾਰਾਜ ਕਹਿੰਦੇ ਖੁਸ਼ ਤਾਂ ਹੋਣੇ ਨਹੀਂ, ਲੋਕ ਵਿੱਚ ਤਾਂ ਇਹ ਸੰਸਾਰ ਦੇ ਵਿੱਚ ਦੁਖੀ ਕਰਨਗੇ, ਤੇ ਪਰਲੋਕ ਵਿੱਚ ਕਿਸੇ ਨੇ ਸਹਾਇਤਾ ਨਹੀਂ ਕਰਨੀ। ਅੰਤ ਵੇਲੇ ਕਿਸੇ ਨੇ ਨਾਲ ਨਹੀਂ ਜਾਣਾ, ਸੰਸਕਾਰ ਕਰਾਉਣਗੇ ਵੱਧ ਤੋਂ ਵੱਧ, ਉਹ ਵੀ ਕੋਈ ਜਾਏਗਾ ਤੇ ਕੋਈ ਕਹੇਗਾ ਵੀ ਹੁਣ ਆਪਾਂ ਉਤੋਂ ਕੀ ਲੈਣਾ, ਉਹ ਤਾਂ ਮਰ ਗਿਆ। ਇਸ ਤਰ੍ਹਾਂ ਦੁਨੀਆ ਦਾ ਇਹ ਵਰਤਾਰਾ ਹੈ, ਨਾ ਲੋਕ ਵਿੱਚ ਮਦਦ ਹੈ, ਨਾ ਪਰਲੋਕ ਵਿੱਚ ਹੈ। ਸ਼ਸਤਰ ਪੈ ਕਰਹਿ ਨਾ ਕੋਈ। ਜੇ ਸ਼ਸਤਰ ਤਿਆਗ ਦਿਓਗੇ ਖਾਲਸਾ ਜੀ, ਤੁਹਾਡੇ ਤੋਂ ਕੋਈ ਭੈ ਨਹੀਂ ਕਰੇਗਾ, ਕੋਈ ਡਰੇਗਾ ਨਹੀਂ। ਆ ਸਾਧ ਸੰਗਤ ਜੀ, ਜਦੋਂ ਦਾ ਸਿੰਘ ਸਭਾ ਲਹਿਰ ਚੱਲੀ ਹੈ ਨਾ, 6 ਇੰਚੀ ਕਿਰਪਾਨ ਸਾਨੂੰ ਪਵਾ ਦਿੱਤੀ। ਵੱਡੀਆਂ ਕਿਰਪਾਨਾਂ ਅੰਗਰੇਜ਼ਾਂ ਨੇ ਕਿਹਾ ਵੀ ਜੇ ਪਾਓਗੇ ਤੇ ਅਸੀਂ ਤੁਹਾਨੂੰ ਗੋਲੀਆਂ ਦੇ ਨਾਲ ਭੁੰਨ ਦਿਆਂਗੇ। ਨਿਹੰਗਾਂ ਸਿੰਘਾਂ ਨੂੰ ਜਿੱਥੇ ਵੇਖਦੇ ਸੀ ਗੋਲੀ ਮਾਰਨ ਦਾ ਆਰਡਰ ਸੀਗਾ, ਵੀ ਕਿਰਪਾਨ ਪਾਈ ਹੁੰਦੀ ਸੀ 3 ਫੁੱਟੀ। ਇਸੇ ਕਰਕੇ ਬਾਬਾ ਹਨੂਮਾਨ ਸਿੰਘ ਜੀ ਬੁੱਢੇ ਦਲ ਨੂੰ ਲੈ ਕੇ ਸਾਧ ਸੰਗਤ ਜੀ ਮੁਦਕੀ ਦੇ ਜੰਗ ਤੋਂ ਜਦੋਂ ਚਾਲਾ ਮਾਰਿਆ, ਪਟਿਆਲੇ ਦੇ ਰਾਜੇ ਨੇ ਤੋਪਾਂ ਬੀੜ ਦਿੱਤੀਆਂ, ਬੜੇ ਸਿੰਘ ਸ਼ਹੀਦ ਕੀਤੇ ਅੰਗਰੇਜ਼ਾਂ ਦੇ ਆਖੇ ਲੱਗ ਕੇ। ਕੁੰਬੜੇ ਸੁਹਾਣੇ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਹੋ ਗਏ।
ਫਿਰ ਬਾਬਾ ਪ੍ਰਹਲਾਦਾ ਸਿੰਘ ਜੀ ਦਲ ਪੰਥ ਨੂੰ ਲੈ ਕੇ ਹਜੂਰ ਸਾਹਿਬ ਗਏ। ਹਜੂਰ ਸਾਹਿਬ ਜੰਗਲਾਂ 'ਚ ਰਹਿ ਕੇ ਫਿਰ ਵਾਪਸ ਆਏ। ਬੜਾ ਕਠਿਨ ਸਮਾਂ ਸੀਗਾ, ਜਿੱਥੇ ਕੋਈ ਸਿੰਘ ਸ਼ਸਤਰਧਾਰੀ 3 ਫੁੱਟੀ ਕਿਰਪਾਨ ਵਾਲਾ ਬਰਛੇ ਵਾਲਾ ਮਿਲੇ, ਗੋਲੀ ਮਾਰ ਦਿੰਦੇ ਸੀ ਅੰਗਰੇਜ਼। ਤੇ ਆਮ ਸਿੱਖਾਂ ਨੇ ਫਿਰ ਡਰਦਿਆਂ ਮਾਰਿਆਂ ਛੋਟੀਆਂ ਕਿਰਪਾਨਾਂ 6-6 ਇੰਚੀ ਪਾ ਲਈਆਂ। ਪਰ ਗੁਰੂ ਸਾਹਿਬ ਨੇ ਤਾਂ 6 ਇੰਚੀ ਕਿਰਪਾਨ ਨਹੀਂ ਪਵਾਈ, ਮਹਾਰਾਜ ਨੇ ਤਾਂ 3 ਫੁੱਟੀ ਕਿਰਪਾਨ ਹੀ ਪਵਾਈ ਹੈ ਤੇ 5 ਸ਼ਸਤਰਾਂ ਦਾ ਬਚਨ ਕੀਤਾ ਹੈ। ਸੋ ਇੱਥੇ ਬਚਨ ਆ ਰਿਹਾ, ਮਹਾਰਾਜ ਕਹਿੰਦੇ ਜੇ ਸ਼ਸਤਰ ਤਿਆਗ ਦਿਓਗੇ ਭਇਓ ਗਧੇ ਕੋ ਗਧਾ ਸੋਈ, ਫਿਰ ਗਧੇ ਦੇ ਗਧੇ ਰਹਿ ਜਾਓਗੇ। ਜਿਵੇਂ ਉਹ ਸ਼ੇਰ ਦੀ ਖੱਲ ਲਾ ਕੇ ਗਧੇ ਦਾ ਗਧਾ ਹੀ ਰਿਹਾ ਨਾ, ਇਦਾਂ ਹੀ ਤੁਸੀਂ ਫਿਰ ਜਾਤ ਪਾਤ ਦੇ ਗਧੇ ਬਣ ਜਾਓਗੇ। ਜਾਤ ਪਾਤ ਦਾ ਭਾਰ ਤੁਹਾਡੇ ਉੱਤੇ ਵਰਨ ਵੰਡ ਦਾ ਪੈ ਜਾਏਗਾ। ਫਿਰ ਤੁਹਾਨੂੰ ਸਮਾਜ ਦੀ, ਲੋਕਾਂ ਦੀ ਪਰਵਾਹ ਕਰਨੀ ਪਏਗੀ। ਦੁਨੀਆ ਕੀ ਕਹੇਗੀ ਜੇ ਮੈਂ ਕਿਰਪਾਨ ਉੱਤੋਂ ਦੀ ਪਾ ਲਈ। ਅੱਜ ਕੱਲ੍ਹ ਵੇਖੋ ਕਿੰਨੀ ਮਾਨਸਿਕਤਾ ਗਿਰੀ ਹੋਈ ਹੈ ਸਿੱਖਾਂ ਦੀ, ਵੀ ਟਾਈ ਤਾਂ ਉੱਤੋਂ ਦੀ ਲਾਣਗੇ ਤੇ ਕਿਰਪਾਨ ਥੱਲਿਓਂ ਦੀ ਪਾਣਗੇ। ਵਿਆਹਾਂ ਸ਼ਾਦੀਆਂ ਵਿੱਚ ਤਾਂ ਸਾਰੀ ਮਰਿਆਦਾ ਹੀ ਖਤਮ ਕਰ ਦਿੰਦੇ ਆ। ਤੇ 3 ਫੁੱਟੀ ਕਿਰਪਾਨ ਮੁੰਡੇ ਵਾਸਤੇ, ਕਾਕੇ ਵਿਆਹ ਵਾਲੇ ਵਾਸਤੇ, ਉਹ ਮੇਰਾ ਖਿਆਲ 10 ਘਰੋਂ ਜਾ ਕੇ ਲੱਭਦੀ ਆ, ਨਹੀਂ ਤਾਂ ਕਦੋਂ ਗੁਰਦੁਆਰਿਓਂ ਪਤਾ ਕਰਨ ਤੁਰ ਜਾਂਦੇ ਹਨ। ਸੋ ਮਹਾਰਾਜ ਕਹਿੰਦੇ ਗਧੇ ਦੇ ਗਧੇ ਹੀ ਰਹਿ ਜਾਣਗੇ ਜਿਹੜੇ ਗੁਰੂ ਦਾ ਬਾਣਾ ਉਤਾਰ ਦੇਣਗੇ। ਜਾਂ ਤੇ ਸ੍ਰੀ ਅਕਾਲ ਕੋ ਬਾਣਾ, ਇਹ ਜਿਹੜਾ ਬਾਣਾ ਤੁਹਾਨੂੰ ਦਿੱਤਾ ਅਕਾਲ ਪੁਰਖ ਦਾ ਬਾਣਾ ਹੈ। ਸ਼ਸਤਰਧਾਰੀ, ਕੇਸਾਧਾਰੀ, ਇਹ ਤਿਆਰ ਬਰ ਤਿਆਰ ਜਿਹੜਾ ਬਾਣਾ ਹੈ। ਜਾਂ ਤੇ ਸ੍ਰੀ ਅਕਾਲ ਕੋ ਬਾਣਾ, ਇਹ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਖਾਲਸੇ ਨੂੰ ਦਿੱਤਾ ਹੈ। ਦੇ ਮੈਂ ਕੀਨੇ ਸਿੰਘ ਸਮਾਨਾ, ਤੁਹਾਨੂੰ ਮੈਂ ਸ਼ੇਰ ਦੇ ਸਮਾਨ ਕਰ ਦਿੱਤਾ ਹੈ। ਹੁਣ ਤੁਸੀਂ ਬੱਬਰ ਸ਼ੇਰ ਹੋ। ਜਦੋਂ ਤੁਸੀਂ ਤਿਆਰ ਬਰ ਤਿਆਰ ਰਹੋਗੇ, ਸ਼ਸਤਰਧਾਰੀ ਰਹੋਗੇ, ਰਹਿਤ ਮਰਿਆਦਾ 'ਚ ਰਹੋਗੇ, ਇਸਕੇ ਧਰੇ ਸਦਾ ਸੁਖ ਹੋਈ, ਇਸ ਨੂੰ ਧਾਰਨ ਕਰਨ ਨਾਲ ਸਦਾ ਹੀ ਸੁੱਖ ਹੋਵੇਗਾ। ਇਹ ਸੰਸਾਰ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁੱਖ ਹੁੰਦਾ ਹੈ। ਤਿਆਗੇ ਦੋਨੋਂ ਲੋਕ ਨਾ ਢੋਈ, ਜੇ ਇਹਨੂੰ ਤਿਆਗ ਦਿਓਗੇ ਤੇ ਦੋਵਾਂ ਲੋਕਾਂ 'ਚ ਢੋਈ ਨਹੀਂ ਮਿਲੇਗੀ। ਇੱਥੇ ਵੀ ਤੇ ਅੱਗੇ ਵੀ ਦਰਗਾਹ ਵਿੱਚ ਵੀ ਧੱਕੇ ਹੀ ਪੈਣਗੇ। ਕਲਗੀਧਰ ਸਿੱਖ ਸਮਝਾਏ, ਇਸ ਤਰ੍ਹਾਂ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ, ਆਪਣੇ ਖਾਲਸੇ ਨੂੰ ਉਪਦੇਸ਼ ਦਿੱਤਾ ਹੈ। ਧੰਨ ਧੰਨ ਗੁਰ ਸਬਨ ਅਲਾਏ, ਸਾਰਿਆਂ ਨੇ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਕਲਗੀਧਰ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਹੈ। गिदड़ों से मैं शेर बनाऊं, 1.25 लाख से एक लड़ाऊं, चिड़ियों से मैं बाज तोड़ाऊं, तबै गोबिंद सिंह नाम कहूं। ऐसा महाराज 10वें पातशाह जी का वरतारा है। निश्चय करके शेर बनाए, निश्चय करके गधਿਆਂ ਨੂੰ ਸ਼ੇਰ ਬਣਾਇਆ ਹੈ, ਗਿੱਦੜਾਂ ਨੂੰ ਸ਼ੇਰ ਬਣਾਇਆ ਹੈ। ਜੇ ਪਪੀਲਕਾ ਕਰੀ ਸੁਹਾਏ, ਜਿਹੜੇ ਕੀੜੀਆਂ ਵਰਗੇ ਨੀਵੇਂ ਸਨ ਉਹ ਹਾਥੀਆਂ ਵਰਗੇ ਵੱਡੇ ਬਣਾ ਦਿੱਤੇ ਹਨ। ਪੱਕ ਮਰਾਲ ਸੇ ਜਾਣੇ ਪੜੈ, ਔਰ ਜਿਹੜੇ ਬਗਲੇ ਸਨ ਉਹ ਹੰਸਾਂ ਵਰਗੇ ਬਣਾ ਦਿੱਤੇ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਉਤੇ ਰੰਕ ਨੇ ਪਸਮਤਾ ਧਰੈ, ਜਿਹੜੇ ਭਿਖਾਰੀ ਸਨ ਉਹ ਰਾਜਿਆਂ ਦੀ ਬਰਾਬਰੀ ਕਰਨ ਵਾਲੇ ਕਰ ਦਿੱਤੇ ਹਨ। ਗਰੀਬ ਸਿੱਖਨ ਕੋ ਦੇਵ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ। ਹਾਂਜੀ, ਜਿਸ ਅਵਨੀ ਹਿਤ ਜੁਦ ਸੰਭਾਰੇ, ਜਿਹੜੀ ਧਰਤੀ ਦੇ ਵਾਸਤੇ, ਪੰਜਾਬ ਦੇਸ਼ ਦੇ ਵਾਸਤੇ, ਭਾਰਤ ਭੂਮੀ ਦੇ ਵਾਸਤੇ ਖੰਡਾ ਚੁੱਕਿਆ ਹੈ। ਪਰਸ਼ਰਾਮ ਛਤਰੀ ਗਨ ਮਾਰੇ, ਕਹਿੰਦੇ ਪਰਸ਼ਰਾਮ ਨੇ ਛਤਰੀਆਂ ਨੂੰ ਨਾਸ ਕੀਤਾ ਸੀਗਾ। 21 ਵਾਰੀ ਛਤਰੀਆਂ ਦੀ ਕੁੱਲ ਮਾਰੀ ਸੀ। ਵੱਡੇ ਖੇਤ ਤੇ ਜੈ ਤਿਸ ਹੋਈ, ਬੜੇ ਔਖੇ ਹੋ ਕੇ ਪਰਸ਼ਰਾਮ ਦੀ ਫਤਿਹ ਹੋਈ ਸੀ। 21 ਵਾਰੀ ਉਹਨੇ ਜੰਗ ਲੜਿਆ ਸੀ ਛਤਰੀਆਂ ਦੇ ਨਾਲ। ਬੜੀ ਮੁਸ਼ਕਲ ਨਾਲ ਛਤਰੀਆਂ ਦਾ ਹੰਕਾਰ ਤੋੜਿਆ ਸੀ। ਕਿਉਂ ਹੋਇਆ ਸੀ ਸਾਧ ਸੰਗਤ ਜੀ ਐਸਾ ਕਿ ਛਤਰੀਆਂ ਦੇ ਵਿੱਚ ਰਾਜੇ ਜਿਹੜੇ ਸਨ ਰਾਖਸ਼ ਬਿਰਤੀ ਵਾਲੇ ਹੋ ਗਏ ਸਨ। ਹੈ ਤਾਂ ਦੇਵਤਿਆਂ ਦੀ ਔਲਾਦ ਸਨ, ਪਰ ਕਈ ਵਾਰੀ ਦੇਵਤਿਆਂ ਦੇ ਘਰ ਦੈਂਤ ਜੰਮ ਪੈਂਦੇ ਹਨ ਤੇ ਦੈਂਤਾਂ ਦੇ ਘਰ ਭਗਤ ਪ੍ਰਹਲਾਦ ਜੀ ਜੰਮ ਪੈਂਦੇ ਹਨ। ਇਹ ਵਾਹਿਗੁਰੂ ਦੀ ਬੜੀ ਅਚਰਜ ਖੇਡ ਹੈ। ਇਹ ਜ਼ਰੂਰੀ ਨਹੀਂ ਕਿ ਅੱਜ ਕੋਈ ਰਾਜਾ ਚੰਗਾ ਹੈ ਤੇ ਉਹਦਾ ਆਉਣ ਵਾਲਾ ਬੱਚਾ ਵੀ ਉਹਦੇ ਵਰਗਾ ਹੋਵੇ। ਹੋ ਸਕਦਾ ਅੱਜ ਕੋਈ ਮਾੜਾ ਹੈ ਤੇ ਉਹਦੇ ਆਉਣ ਵਾਲਾ ਸਾਰੇ ਹੀ ਮਾੜੇ ਹੋਣ। ਚੰਗਿਆਂ ਮਾੜਿਆਂ ਦੇ ਘਰ ਚੰਗੇ, ਚੰਗਿਆਂ ਦੇ ਘਰ ਮਾੜੇ ਜੰਮ ਪੈਂਦੇ। ਛਤਰੀਆਂ ਦੇ ਘਰ ਵੀ ਰਾਖਸ਼ ਬਿਰਤੀ ਵਾਲੇ ਪੈਦਾ ਹੋ ਗਏ। ਸੰਤਾਂ ਮਹਾਂਪੁਰਸ਼ਾਂ ਨੂੰ ਦੁੱਖ ਦੇਣ ਲੱਗ ਪਏ। ਜਮਦਗਨ ਰਿਸ਼ੀ ਦਾ ਸਿਰ ਵੱਢ ਦਿੱਤਾ ਤਾਂ ਫਿਰ ਪਰਸ਼ਰਾਮ ਨੇ ਉਹਦਾ ਬਦਲਾ ਲੈਣ ਲਈ, ਉਹਦਾ ਜਮਦਗਨ ਦਾ ਪੁੱਤਰ ਸੀ ਪਰਸ਼ਰਾਮ, ਉਹਨੇ ਕੁਹਾੜਾ ਚੁੱਕ ਲਿਆ। 21 ਵਾਰ ਛਤਰੀਆਂ ਦਾ ਨਾਸ ਕਰਕੇ, ਰਾਖਸ਼ਾਂ ਦਾ ਨਾਸ ਕਰਕੇ ਉਹਨੇ ਧਰਤੀ ਤੇ ਵਿਜੇ ਪ੍ਰਾਪਤ ਕੀਤੀ ਹੈ। ਦਾਨ ਕਰ ਦਿਜ ਗਨ ਸੋਈ, ਉਹ ਧਰਤੀ ਬ੍ਰਾਹਮਣਾਂ ਨੂੰ ਦਿੱਤੀ ਸੀ ਵੀ ਤੁਸੀਂ ਰਾਜ ਕਰੋ, ਕਿਉਂਕਿ ਬ੍ਰਾਹਮਣਾਂ ਨੂੰ ਛਤਰੀ ਦੁੱਖ ਦੇਣ ਲੱਗ ਪਏ ਸਨ। ਮਹਾਰਾਜ ਕਹਿੰਦੇ ਛਤਰੀ ਰੂਪ ਧਰੇ ਸਭ ਅਸੁਰਨ, ਅਸੁਰ ਮੈਨੇ ਰਾਖਸ਼। ਰਾਖਸ਼ਾਂ ਨੇ ਛਤਰੀਆਂ ਦਾ ਰੂਪ ਧਾਰਨ ਕਰ ਲਿਆ ਸੀ। ਛਤਰੀਆਂ 'ਚ ਘੁਸਪੈਠ ਕਰ ਗਏ ਸਨ ਰਾਖਸ਼। ਦੇਵਤਿਆਂ ਦੀ ਬਿਰਤੀ ਖਤਮ ਹੋ ਗਈ।
ਦੈਂਤਾਂ ਵਾਲੀ ਬਿਰਤੀ ਆ ਗਈ। ਇਸ ਕਰਕੇ ਪਰਸ਼ੁਰਾਮ ਨੇ 21 ਵਾਰੀ ਉਹਨਾਂ ਦਾ ਨਾਸ਼ ਕੀਤਾ ਤੇ ਬ੍ਰਾਹਮਣਾਂ ਨੂੰ ਰਾਜ ਦਿੱਤਾ ਸੀ। ਹਿਰਣਾਕਸ਼ ਜੋ ਧਰਣੀ ਹਰੀ। ਫਿਰ ਹਿਰਣਾਕਸ਼ਕ ਹੋਇਆ ਹੈ, ਉਹ ਧਰਤੀ ਨੂੰ ਪਤਾਲ ਵਿੱਚ ਲੈ ਗਿਆ ਸੀ। ਉਹ ਧਰਤੀ ਨੂੰ ਪਤਾਲ ਵਿੱਚੋਂ ਭਗਵਾਨ ਬਰਾ ਕੱਢ ਕੇ ਲਿਆਏ ਸਨ। ਜੋ ਹਿਰਣਾਕਸ਼ ਜੈ ਕਹੋ ਕਰੀ। ਔਰ ਫਿਰ ਸਾਧ ਸੰਗਤ ਜੀ ਹਰਨਾਕਸ਼ ਨੇ ਪ੍ਰਾਪਤ ਕੀਤੀ ਧਰਤੀ ਜਿੱਤ ਲਈ। ਇੱਕ ਵਾਰੀ ਸਾਰੀ ਧਰਤੀ ਤੇ ਡੰਕਾ ਫੇਰਿਆ। ਜਲੇ ਹਰਨਾਕਸ਼ ਥਲੇ ਹਰਨਾਕਸ਼। ਹਾਂਜੀ, ਛਤਰੀ ਭਏ ਕਰੋ ਰਹੋ ਅੱਗੇ। ਅੱਗੇ ਛਤਰੀ ਕਰੋੜਾਂ ਹੀ ਹੋਏ ਹਨ ਧਰਤੀ ਦੇ ਉੱਤੇ। ਸਤਯੁਗ ਤੋਂ ਲੈ ਕੇ ਦੁਆਪਰ ਤ੍ਰੇਤਾ ਸਾਰੇ ਯੁੱਗਾਂ ਵਿੱਚ ਲਾਲਰ ਮਰੇ ਜਾਹੇ ਹਿਤ ਲਾਗੇ। ਜਿਹੜੀ ਧਰਤੀ ਦੇ ਵਾਸਤੇ ਬ੍ਰਾਹਮਣਾਂ ਨੇ ਜੰਗ ਕੀਤਾ ਪਰਸ਼ੁਰਾਮ ਦੀ ਅਗਵਾਈ ਵਿੱਚ, ਜਿਹਦੀ ਪ੍ਰਾਪਤੀ ਵਾਸਤੇ ਦੇਵਤਿਆਂ ਨੇ ਰਾਜ ਕਰਨ ਵਾਸਤੇ ਜੰਗ ਲੜੇ, ਦੈਂਤਾਂ ਨੇ ਜੰਗ ਲੜੇ, ਉਹ ਛਤਰੀਆਂ ਨੇ ਜੰਗ ਲੜੇ। ਕਰੋੜਾਂ ਹੀ ਛਤਰੀ ਧਰਤੀ ਤੇ ਲੜ ਲੜ ਕੇ ਮਰ ਗਏ। ਮਹਾਭਾਰਤ ਦੇ ਜੰਗ ਵਿੱਚ 18 ਖੂਣੀਆਂ ਫੌਜ ਗਰਕ ਹੋ ਗਈ। ਐਡਾ ਭਿਆਨਕ ਯੁੱਧ ਹੋਇਆ। ਪਾਂਡਵ ਕੈਰੋ ਵੰਸ਼ ਵਿਨਾਸ਼ਾ। ਤੇ ਕੌਰਵਾਂ ਪੈਂਡਵਾਂ ਦੇ ਵੰਸ਼ ਖਤਮ ਹੋ ਗਏ, ਲੜਦੇ ਲੜਦੇ ਮਰ ਗਏ। ਬੜਾ ਭਿਆਨਕ ਯੁੱਧ ਹੁੰਦਾ ਰਿਹਾ। ਪਾਂਡਵਾਂ ਦੇ ਕੁਲ ਵਿੱਚੋਂ ਇੱਕੋ ਅਰਜਨ ਦਾ ਪੋਤਰਾ ਪ੍ਰੀਸ਼ਤ, ਉਹ ਵੀ ਮਾਂ ਦੇ ਪੇਟ ਵਿੱਚ ਹੀ ਮਾਰ ਦਿੱਤਾ ਸੀ ਅਸਵਥਾਮਾ ਨੇ। ਭਗਵਾਨ ਕ੍ਰਿਸ਼ਨ ਜੀ ਨੇ ਉਹਨੂੰ ਦੁਬਾਰਾ ਜੀਵਨ ਦਿੱਤਾ, ਨਹੀਂ ਤਾਂ ਸਾਰੇ ਮਾਰੇ ਗਏ। ਪਾਂਡਵਾਂ ਦੇ ਜਿੰਨੇ ਪੁੱਤਰ ਸਨ, 5 ਦ੍ਰੋਪਦੀ ਦੇ ਪੁੱਤਰ ਸਨ, ਅਰਜਨ ਦੇ ਪੁੱਤਰ ਸਨ ਅਭਿਮਨਿਊ ਵਰਗੇ, ਤੇ ਘਟੋਤਕਚ ਵਰਗੇ ਜਿਹੜੇ ਸਾਧ ਸੰਗਤ ਜੀ ਭੀਮ ਦੇ ਪੁੱਤਰ ਸਨ, ਬਰਬਰੀਕ ਵਰਗੇ ਜਿਹੜੇ ਸਨ, ਉਹ ਸਾਰੇ ਇਸ ਕੁਲ ਦੇ ਸੂਰਮੇ ਮਰੇ ਪਾਂਡਵਾਂ ਦੇ। ਕੌਰਵ 100 ਭਰਾ ਸਨ, ਦੁਰਯੋਧਨ ਦੁਸ਼ਾਸਨ ਵਗੈਰਾ, ਉਹ ਵੀ 100 ਦੇ 100 ਮਾਰੇ ਗਏ। ਬਾਕੀ ਫੌਜਾਂ ਦਾ ਕੋਈ ਅੰਤ ਸ਼ੁਮਾਰ ਨਹੀਂ ਰਿਹਾ। ਦੁਨੀਆ ਦੇ ਰਾਜੇ ਮਹਾਰਾਜੇ ਦੂਰੋਂ ਦੂਰੋਂ ਚੱਲ ਕੇ ਆਏ, ਉਸ ਯੁੱਧ ਵਿੱਚ ਲੇਖੇ ਲੱਗ ਗਏ। ਬੜੇ ਬੜੇ ਲੋਕ ਧਰਤੀ ਦੇ ਰਾਜ ਕਰਨ ਵਾਸਤੇ ਲੜ ਲੜ ਕੇ ਮਰ ਗਏ ਹਨ। ਗਏ ਬੀਤ ਬਹੁਤ ਜਥਾ ਤਮਾਸ਼ਾ। ਏਦਾਂ ਦੁਨੀਆ ਦੇ ਆਏ ਤੇ ਚਲੇ ਗਏ ਜਿਵੇਂ ਤਮਾਸ਼ਾ ਹੁੰਦਾ। ਇਹ ਜਗਤ ਤਮਾਸ਼ਾ ਹੈ। ਮਹਾਰਾਜ ਨੇ ਆਪਣੀ ਬਾਣੀ 'ਚ ਵੀ ਲਿਖਿਆ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ੇ ਨੂੰ ਵੇਖ ਕੇ ਚਲੇ ਗਏ। ਸੋਚਿਤ ਹੈ ਪ੍ਰਭ ਕਰੁਣਾ ਕਰਕੇ। ਸਿੰਘ ਕਹਿੰਦੇ ਹੈ ਸੱਚੇ ਪਾਤਸ਼ਾਹ, ਉਹ ਜਿਹੜੀ ਧਰਤੀ ਹੈ ਜਿਹਦੇ ਵਾਸਤੇ ਦੇਵਤੇ ਦੈਂਤ ਲੜਦੇ ਰਹੇ, ਛਤਰੀ ਤੇ ਬ੍ਰਾਹਮਣ ਲੜਦੇ ਰਹੇ, ਚੰਗੇ ਤੇ ਮਾੜੇ, ਬੁਰੇ ਤੇ ਭਲੇ, ਭਾਂਤ ਭਾਂਤ ਦੇ ਦੁਨੀਆ ਦੇ ਰਾਜੇ ਮਹਾਰਾਜੇ ਲੱਖਾਂ ਸਾਲਾਂ ਤੋਂ ਲੜ ਲੜ ਕੇ ਚਲੇ ਗਏ ਹਨ। ਉਹ ਧਰਤੀ ਤੁਸੀਂ ਕਿਰਪਾ ਕਰਕੇ ਲੋਚਨ ਮਹਾ ਲਾਜ ਕੋ ਭਰ ਕੇ। ਆਪਣੇ ਨੇਤਰਾਂ ਵਿੱਚ ਲਾਜ ਭਰੀ ਹੈ। ਕਲਗੀਆਂ ਵਾਲੇ ਪਾਤਸ਼ਾਹ ਦੇ ਨੇਤਰਾਂ 'ਚ ਲਾਜ ਹੈ, ਸ਼ਰਮ ਹੈ, ਬਿਰਤ ਦੀ ਪੈਜ ਰੱਖਦੇ ਹਨ। ਜਿਵੇਂ ਪੁਰਾਤਨ ਸਿੰਘ ਪੜ੍ਹਿਆ ਕਰਦੇ ਸਨ ਨਾ, ਇਹ ਸਤਿਗੁਰੂ ਮਹਾਰਾਜ ਨਾ ਕਰੀ ਕਿਸੇ ਦੇ ਮੁਥਾਜ, ਕਰੀ ਉਹਦੇ ਮੁਥਾਜ ਜਿਹਦੇ ਨੇਤਰਾਂ 'ਚ ਲਾਜ। ਚੜ੍ਹਨੇ ਕੋ ਘੋੜਾ, ਉਡਾਣੇ ਕੋ ਬਾਜ, ਕਲਗੀ ਵਾਲੇ ਪਾਤਸ਼ਾਹ ਤੇਰਾ 4 ਕੁੰਡ ਤੇ ਰਾਜ। ਇਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ, ਬਾਜਾਂ ਵਾਲੇ ਸਤਿਗੁਰੂ ਜੀ ਆਪਣੇ ਨੇਤਰਾਂ 'ਚ ਦਇਆ ਲਿਆਂਦੀ ਹੈ। ਦਈ ਖਾਲਸੇ ਕੋ ਤਤਕਾਲਾ। ਉਹ ਧਰਤੀ ਦਾ ਰਾਜ ਖਾਲਸੇ ਨੂੰ ਦਿੱਤਾ ਹੈ। ਇਹ ਧਰਤੀ ਖਾਲਸੇ ਨੂੰ ਦਿੱਤੀ ਹੈ, ਜਿਹਦੇ ਵਾਸਤੇ ਦੇਵਤੇ ਦੈਂਤ ਜੁਗਾਂ ਜੁਗਾਂ ਤੋਂ ਲੜ ਲੜ ਕੇ ਚਲੇ ਗਏ। ਬੜੇ ਬੜੇ ਜੰਗ ਯੁੱਧ ਹੁੰਦੇ ਰਹੇ, ਖੂਨ ਖਰਾਬੇ ਹੋਏ, ਮਹਾਭਾਰਤ ਵਰਗੀਆਂ ਲੜਾਈਆਂ ਹੋਈਆਂ। ਉਹ ਧਰਤੀ ਦਾ ਰਾਜ ਮਹਾਰਾਜ ਕਲਗੀਧਰ ਪਾਤਸ਼ਾਹ ਖਾਲਸੇ ਨੂੰ ਬਖਸ਼ ਰਹੇ ਹਨ। ਤੁਮ ਸਾਵਧਾਨੀ ਕੌਣ ਵਿਸ਼ਾਲਾ। ਇਹ ਕਲਗੀਧਰ ਪਿਤਾ ਜੀ, ਆਪ ਜੀ ਜੈਸਾ ਦਾਨੀ ਸੰਸਾਰ ਤੇ ਕੌਣ ਹੋ ਸਕਦਾ ਹੈ। ਉਦੇ ਸਿੰਘ ਤੇ ਆਦਿਕ ਔਰ। ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਮੋਹਕਮ ਸਿੰਘ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ। ਇਸੇ ਤਰ੍ਹਾਂ ਜਿਹੜੇ ਗੁਰੂ ਮਹਾਰਾਜ ਦੇ ਦਰਬਾਰ 'ਚ ਹੋਰ ਬੜੇ ਬੜੇ ਸੂਰਮੇ ਯੋਧੇ ਸਨ, ਭਾਈ ਸ਼ੇਰ ਸਿੰਘ ਜੀ, ਭਾਈ ਨਾਰ ਸਿੰਘ ਜੀ, ਬਖਸ਼ ਸਿੰਘ ਜੀ, ਬਖਸ਼ੀਸ਼ ਸਿੰਘ ਜੀ। ਇਹ ਜਿਹੜੇ ਗੁਰੂ ਮਹਾਰਾਜ ਦੀ ਫੌਜ ਦੇ ਕਮਾਂਡਰ ਸਨ, ਸਾਰੇ ਕੋਲ ਬੈਠੇ ਹੋਏ ਹਨ। ਕਹਿਤ ਸੁਜਸ ਸੋਢੀ ਸਿਰ ਮੋਰ। ਇਹ ਮਹਾਰਾਜ ਦਾ ਜਸ ਕਰ ਰਹੇ ਨੇ ਕਲਗੀਧਰ ਪਾਤਸ਼ਾਹ ਜੀ, ਬਾਜਾਂ ਵਾਲੇ ਸਤਿਗੁਰੂ ਜੀ। ਇਹ ਆਪ ਜੀ ਵੱਡੇ ਦਿਆਲੂ ਹੋ, ਜਿਹੜੇ ਸਾਨੂੰ ਗਿੱਦੜਾਂ ਨੂੰ ਸ਼ੇਰ ਬਣਾਇਆ ਹੈ, ਸਾਨੂੰ ਸ਼ੇਰ ਦਾ ਬਾਣਾ ਦਿੱਤਾ ਹੈ, ਅਕਾਲ ਪੁਰਖ ਦਾ ਬਾਣਾ ਦਿੱਤਾ ਹੈ ਮਹਾਰਾਜ ਜੀਓ। ਬੜੇ ਬੜੇ ਦਾਨੀ ਜੇ ਭਏ। ਇਹ ਸਤਿਗੁਰੂ ਜੀ ਦੁਨੀਆ ਦੇ ਦਾਨੀ ਤਾਂ ਬੜੇ ਬੜੇ ਵੱਡੇ ਹੋਏ ਨੇ, ਕਰਨ ਵਰਗੇ ਮਹਾਦਾਨੀ ਹੋਏ ਨੇ। ਤੁਮ ਸਮਤਾ ਕਹੋ ਕਵਨ ਨਾ ਲਏ। ਪਰ ਤੁਹਾਡੇ ਵਰਗਾ ਦਾਨੀ ਕੋਈ ਨਹੀਂ ਹੋਇਆ। ਤੁਸੀਂ ਤਾਂ ਜੀ ਦਾਨ ਦੇ ਭਗਤੀ ਲਾਇਨ। ਮਹਾਰਾਜ ਸਾਨੂੰ ਜੀਵਨ ਦਾਨ ਦਿੱਤਾ ਹੈ। ਖਾਲਸੇ ਪੰਥ ਨੂੰ ਇੱਕ ਨਵੀਂ ਰੂਹਾਨੀਅਤ ਦਿੱਤੀ ਹੈ। ਹਿੰਦੁਸਤਾਨ ਦੇ ਲੋਕਾਂ ਨੂੰ, ਹਿੰਦੂ ਧਰਮ ਨੂੰ, ਸਨਾਤਨ ਧਰਮ ਨੂੰ ਬੜੀ ਵੱਡੀ ਬਖਸ਼ਿਸ਼ ਕੀਤੀ ਹੈ। ਜਿਹੜੇ ਸੋਚ ਬੈਠੇ ਸਨ ਸਨਾਤਨ ਧਰਮ ਦੇ ਲੋਕ,
ਵੀ ਹੁਣ ਅਸੀਂ ਖਤਮ ਹੋ ਜਾਵਾਂਗੇ, ਹੁਣ ਮੁੜ ਕੇ ਸਾਡਾ ਰਾਜ ਨਹੀਂ ਆਵੇਗਾ, ਅਸੀਂ ਇਸ ਦੇਸ਼ ਦੇ ਵਿੱਚ ਗੁਲਾਮ ਬਣ ਕੇ ਰਹਿਣਾ, ਸਾਡੇ ਕਰਮਾਂ 'ਚ ਲਿਖਿਆ ਹੋਇਆ ਹੈ। ਉਹ ਜਿਹੜੇ ਮੁਸਲਮਾਨਾਂ ਦੇ 700 ਸਾਲ ਦੇ ਪ੍ਰਭਾਵ ਥੱਲੇ ਆ ਚੁੱਕੇ ਸਨ, ਉਹਨਾਂ ਨੂੰ ਮਹਾਰਾਜ ਨੇ ਮੁੜ ਕੇ ਬੱਬਰ ਸ਼ੇਰ ਬਣਾ ਦਿੱਤਾ। ਕਹਿਣ ਲੱਗੇ ਹੁਣ ਮਹਾਰਾਜ ਦਿੱਲੀ ਵੀ ਲੁੱਟਾਂਗੇ ਤੇ ਲਾਹੌਰ ਤੇ ਵੀ ਕਬਜ਼ਾ ਕਰਾਂਗੇ, ਹੁਣ 4 ਕੁੰਟ ਤੇ ਖਾਲਸੇ ਦਾ ਰਾਜ ਹੋਵੇਗਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ख्वार होए सब मिलेंगे, बचे शरण जो होए। ये शक्ति कलगीधर पातशाह जी आपने दिती है। जे पंथ चलावन हारे, होर जेड़े पंथ चलाण वाले जिन्ने भी संसार विच महापुरुष होए ने, सारियां ने बड़े बड़े वड्डे पंथ चलाए ने। दत्तात्रेय ने सन्यासियां दा पंथ चलाया है, शंकराचार्य जी ने संवेदांतियां दा पंथ चलाया है, रामानंद जी ने बैरागियां दा पंथ चलाया है, मुहम्मद साहब ने इस्लाम चलाया है, इसे तरह जीसस ने साध संगत जी क्रिश्चन मत चलाया है। वखरे वखरे पंथ सारे महापुरुषों ने चलाए हैं, सारे सत्कारयोग हैं, आपो अपनी थान ते बड़ा वड्डा समाज नूं योगदान दिता है। पर जिहड़ा पंथ खालसा कलगीधर पातशाह जी महाराज आपने साजिया है, तुम आगे सो कौन विचारे, तुहाडे सामने महाराज सारे विचारे हैं। तुहाडा पंथ सारिਆਂ ਤੋਂ श्रोमणी है, निराला पंथ है, खालसा पंथ है, जिहदी सिद्धी सचखंड विच गंढ पा दित्ती है। पायो मात काल का गोद, पिता अकाल पुरख वाहिगुरु, माता भगवती दी गोद पा के तुसीं मुक्ति दे दरवाजे खोल दिते हैं सच्चे पातशाह जीओ। प्रथम सिर मुख मुंडन करे, पहला सिर मुंह मुंडदे हन, अगले दा रूप बिगाड़ दिंदे हन, भगवे वस्त्र देह पर तरे, फिर ओहदे शरीर ते भगवे कपड़े पा दिंदे हन, ਕੰਨ ਪਾੜ ਕੇ ਮੁੰਦਰਾ ਪਾ ਦਿੰਦੇ ਹਨ, ਕਿਸੇ ਦੇ ਗਲ ਵਿੱਚ ਕਾਠ ਦੀ ਕੰਠੀ ਪਾ ਦਿੰਦੇ ਹਨ, ਸਿਰ ਮੂੰਹ ਮੁੰਨ ਕੇ ਭੇਡ ਵਰਗਾ ਕਰ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਸ਼ੇਰ ਦਾ ਰੂਪ ਦਿੱਤਾ ਖਾਲਸੇ ਨੂੰ, ਭਸਮ ਲਗਾਏ ਕੋ ਰੂਪ ਬਣਾਵੇ ਹੈ, ਚੰਗੇ ਭਲੇ ਸੋਹਣੇ ਸਰੀਰ ਤੇ ਸੁਆਹ ਮਲ ਕੇ ਸੋਹਣੇ ਸਰੀਰ ਨੂੰ ਰੂਪ ਕਰ ਲੈਂਦੇ ਹਨ। ਘਰ ਫੇਰ ਹੈ ਭੀਖ ਮੰਗਾਵੇ ਹੈ, ਤੇ ਘਰ ਘਰ ਫੇਰਦੇ ਭੀਖ ਮੰਗਾਉਂਦੇ ਹਨ, ਜਾ ਕੇ ਰੋਟੀਆਂ ਮੰਗ ਕੇ ਖਾਓ। ਤੇ ਇਸ ਤਰ੍ਹਾਂ ਬੜੇ ਪੰਥ ਚੱਲੇ ਹਨ। ਰਾਮਾਨੰਦ ਜੀ ਦਾ ਬੈਰਾਗੀਆਂ ਦਾ ਪੰਥ ਹੈ, ਇਸੇ ਤਰ੍ਹਾਂ ਸ਼ੰਕਰਾਚਾਰਿਆ ਜੀ ਦਾ ਪੰਥ ਹੈ, ਔਰ ਗੋਰਖ ਦਾ ਜੋਗੀਆਂ ਦਾ ਪੰਥ ਹੈ। ਸਾਧ ਸੰਗਤ ਜੀ ਬੜੇ ਵੱਖਰੇ ਵੱਖਰੇ ਮਹਾਂਪੁਰਸ਼ਾਂ ਨੇ, ਸਾਧੂਆਂ ਨੇ ਪੰਥ ਚਲਾਏ ਨੇ, ਪਰ ਉਹਨਾਂ ਪੰਥਾਂ ਨੂੰ ਉਹ ਸਰਦਾਰੀ ਨਹੀਂ ਮਿਲੀ ਜਿਹੜੀ ਕਲਗੀਧਰ ਪਾਤਸ਼ਾਹ ਤੇਰੇ ਪੰਥ ਨੂੰ ਪ੍ਰਾਪਤ ਹੋਈ ਹੈ। ਸਿਰ ਪਰ ਜਟਾ ਜੂਟ ਬੰਦਵਾਵੇ ਹੈ, ਕਈ ਸਿਰ ਦੇ ਉੱਤੇ ਜਟਾ ਬਣਾ ਕੇ ਉਹਦਾ ਜੂੜਾ ਕਰ ਦਿੰਦੇ ਹਨ, ਜਾਚੇ ਟੁਕੜੇ ਤਿਨਹਿ ਖਵਾਵੇ, ਤੇ ਮੰਗੇ ਹੋਏ ਟੁਕੜੇ ਖਾਣੇ ਪੈਂਦੇ ਨੇ। ਕਿਸੇ ਘਰ ਚੋਂ ਰੁੱਖੀ ਰੋਟੀ, ਕਿਸੇ ਬਈ ਰੋਟੀ ਕਿਦੋਂ ਕਿਸੇ ਉਹ ਜੀ ਮਿਲਦੀ ਹੈ, ਉਹ ਮੰਗ ਕੇ ਖਾਂਦੇ ਹਨ। ਆਪ ਜਗਤ ਮੈਂ ਦੀਏ ਪਦਾਰਥ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਸਾਨੂੰ ਸੰਸਾਰ ਦੇ ਸਾਰੇ ਹੀ ਸੁੱਖ ਦਿੱਤੇ ਹਨ, ਸਾਰੀਆਂ ਸਰਦਾਰੀਆਂ ਦਿੱਤੀਆਂ ਨੇ। ਇਸ ਜਗਤ ਦੇ ਵਿੱਚ ਜਿੰਨੇ ਪਦਾਰਥ ਨੇ ਉਹਦਾ ਮਾਲਕ ਖਾਲਸੇ ਨੂੰ ਬਣਾਇਆ ਹੈ। ਇਨ ਸਮਾਨੁਖ ਜਨਮ ਸਕਾਰਥ, ਔਰ ਸਾਡਾ ਮਨੁੱਖਾ ਜਨਮ ਵੀ ਸਫਲਾ ਕਰ ਦਿੱਤਾ ਹੈ। ਸਾਧ ਸੰਗਤ ਜੀ, ਜੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੀ ਮਹਾਰਾਜ ਨੇ ਮਰਜ਼ਾਦਾ ਕਾਇਮ ਕੀਤੀ ਹੈ, ਤੇ ਉਹਨੂੰ ਆਪਾਂ ਨਾ ਭੁਲਾਈਏ ਤਾਂ ਆਪਾਂ ਇਸ ਸੰਸਾਰ ਵਿੱਚ ਵੀ ਸੁਖੀ ਹਾਂ ਤੇ ਪਰਲੋਕ ਵਿੱਚ ਵੀ ਸੁਖੀ ਹਾਂ। ਪਰ ਕਰਮ ਸਾਡੇ ਐਸੇ ਬਲਵਾਨ ਹਨ ਪੂਰਬਲੇ, ਜਿਹੜੇ ਸਾਨੂੰ ਗੁਰੂ ਤੋਂ ਬੇਮੁਖ ਕਰ ਦਿੰਦੇ ਹਨ। ਤੇ ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡਾ ਲੋਕ ਪਰਲੋਕ ਆਪ ਹੀ ਸਹਾਈ ਹੋਵੋ। ਸੋ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਸਾਡਾ ਮਨੁੱਖਾ ਜਨਮ ਸਫਲਾ ਕਰ ਦਿੱਤਾ ਹੈ। ਸੁੰਦਰ ਭੇਸ ਦੇਹ ਮੈਂ ਦੀਨੋ, ਬੜਾ ਸੁੰਦਰ ਭੇਸ ਸੋਹਣਾ ਸਰੂਪ ਖਾਲਸੇ ਨੂੰ ਦਿੱਤਾ ਹੈ। ਸਭ ਵਿਦਿਆ ਮੈਂ ਕੀਨ ਪ੍ਰਬੀਨੋ, ਸਭ ਤਰ੍ਹਾਂ ਦੀ ਵਿਦਿਆ 'ਚ ਸਿਆਣੇ ਵਿਦਵਾਨ ਵੀ ਬਣਾਇਆ ਹੈ। ਕੇਵਲ ਮੂਰਖਾਂ ਦਾ ਟੋਲਾ ਨਹੀਂ ਖਾਲਸਾ ਪੰਥ ਬਣਾਇਆ। ਇਹ ਸਾਧ ਸੰਗਤ ਜੀ ਬੜੇ ਵਿਦਵਾਨ, ਗਿਆਨੀ, ਸੂਰਬੀਰ, ਯੋਧੇ, ਭਗਤ, ਦਾਨੀ ਇਸ ਪੰਥ ਵਿੱਚ ਹੋਣਗੇ। ਇਹ ਵਰ ਵੀ ਦਿੱਤੇ ਹਨ। ਦੁਰਲਭ ਰਾਜ ਅਵਨੀ ਕੋ ਦੇਖੈ, ਔਰ ਧਰਤੀ ਦਾ ਰਾਜ ਜਿਹੜਾ ਦੁਰਲਭ ਹੈ, ਜਿਹੜਾ ਸਾਧ ਸੰਗਤ ਜੀ ਪ੍ਰਾਪਤ ਨਹੀਂ ਹੁੰਦਾ, ਮਹਾਰਾਜ 10ਵੇਂ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਦਿੱਤਾ ਹੈ। ਅੱਜ ਕੱਲ ਆ ਜਿਹੜਾ ਕੂੜ ਪ੍ਰਚਾਰ ਹੋ ਰਿਹਾ ਹੈ ਕਿ ਸਿੰਘ ਸਭਾ ਲਹਿਰ ਤੋਂ ਬਾਅਦ ਜਿਹੜੇ ਗ੍ਰੰਥ ਲਿਖੇ ਗਏ ਨੇ ਉਹ ਤਾਂ ਗੁਰਮਤ ਅਨੁਸਾਰ ਨੇ, ਤੇ ਜਿਹੜੇ ਪਹਿਲਾਂ ਲਿਖੇ ਸੀਗੇ ਉਹ ਮਨਮਤ ਹੈ। ਇਹ ਕੂੜ ਪ੍ਰਚਾਰ ਹੈ ਖਾਲਸਾ ਜੀ। ਬਲਕਿ ਜਿਹੜੇ ਪਹਿਲਾਂ ਗ੍ਰੰਥ ਲਿਖੇ ਭਾਈ ਸੰਤੋਖ ਸਿੰਘ ਜੀ ਤੱਕ, ਪੰਥ ਪ੍ਰਕਾਸ਼, ਗੁਰਬਿਲਾਸ, ਮਹਿਮਾ ਪ੍ਰਕਾਸ਼, ਉਹਨਾਂ ਨੂੰ ਪੜ੍ਹ ਕੇ ਤੇ ਸਿੰਘਾਂ ਨੇ ਰਾਜ ਕਾਇਮ ਕਰ ਲਏ। ਤੇ ਜਿਹੜੇ ਆ ਹੁਣ ਵਾਲੇ ਨੇ, ਇਹਨਾਂ ਨੇ ਪੜ੍ਹ ਕੇ ਤੇ ਆਪਸ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਨੇ, ਆਪਣਾ ਖੁਆਰ ਹੁੰਦੇ ਨੇ।
ਸੋ ਇਸ ਕਰਕੇ ਜੋ ਪੁਰਾਤਨ ਖਾਲਸਾ ਸੀ ਮਹਾਰਾਜ ਨੇ ਸਾਜਿਆ ਸੀ, ਉਹਦੀ ਦੇਖੋ ਵਡਿਆਈ ਕੈਸੀ ਸੀ। ਕਹਿੰਦੇ ਦੁਰਲਭ ਰਾਜ ਅਵਨੀ ਕੋ ਦੈਕ ਹੈ। ਮਹਾਰਾਜ ਆਪ ਜੀ ਨੇ ਸਾਨੂੰ ਜਿਹੜਾ ਰਾਜ ਬੜਾ ਦੁਰਲਭ ਹੈ, ਰਾਜ ਕਿੱਥੇ ਮਿਲਦਾ ਹੈ? ਰਾਜ ਮਿਲਣਾ ਕੋਈ ਸੌਖੀ ਗੱਲ ਹੈ? ਬੜੇ ਕਈ ਜਨਮਾਂ ਦਾ ਤਪ ਹੋਵੇ ਤੇ ਰਾਜ ਮਿਲਦਾ। ਮਹਾਰਾਜ ਗਰੀਬ ਸਿੱਖਾਂ ਨੂੰ ਆਪ ਨੇ ਰਾਜ ਦਿੱਤਾ, ਕਿਉਂਕਿ ਰਾਜ ਵਾਸਤੇ ਅਸੀਂ ਨਹੀਂ ਤਪ ਕੀਤਾ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਤੈ ਹਮਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਗੁਰਬਾਣੀ 'ਚ ਸਤਿਗੁਰੂ ਰਾਮਦਾਸ ਸਾਹਿਬ ਨੇ ਬਚਨ ਲਿਖੇ ਨੇ, ਕਹਿੰਦੇ ਕਿਰਸਾਣੀ ਕਿਰਸਾਨ ਕਰੈ, ਲੋਚੈ ਜੀਓ ਲਾਏ, ਹਲ ਜੋਤੈ ਉਦਮ ਕਰੈ, ਮੇਰਾ ਪੁੱਤ ਧੀ ਖਾਏ। ਜਿਵੇਂ ਕਿਰਸਾਨ ਬੜੀ ਮਿਹਨਤ ਖੇਤਾਂ 'ਚ ਕਰਦਾ ਕਿ ਮੇਰੇ ਬੱਚੇ ਖਾਣਗੇ, ਇਸੇ ਤਰ੍ਹਾਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਤਪ ਕੀਤਾ, ਮੇਰਾ ਖਾਲਸਾ ਇਹਦਾ ਰਾਜ ਭੋਗੇਗਾ। ਤਪੋਂ ਰਾਜ ਹੁੰਦਾ ਹੈ ਸਾਧ ਸੰਗਤ ਜੀ। ਸਤਿਗੁਰਾਂ ਦੇ ਤਪ ਤੋਂ ਸਾਨੂੰ ਰਾਜ ਮਿਲਿਆ ਹੈ, ਤੇ ਜੇ ਅਸੀਂ ਸਤਿਗੁਰਾਂ ਦਾ ਤਪ ਸਾਂਭੀਏ ਤਾਂ ਅੱਜ ਵੀ ਸਾਡਾ ਰਾਜ ਹੈ, ਤੇ ਜੇ ਅਸੀਂ ਵਿਪਰਨ ਕੀ ਰੀਤ ਕਰਾਂਗੇ ਤੇ ਫਿਰ ਖੱਜਲ ਖੁਆਰੀ ਤਾਂ ਹੈ ਹੀ ਹੈ। ਕਰੇ ਨਿਹਾਲ ਮਾਇਆ ਨਿਜ ਕਹਿ ਕਹਿ, ਕਿਰਪਾ ਕਰਕੇ ਸਤਿਗੁਰੂ ਜੀ ਆਪ ਜੀ ਨੇ ਸਾਨੂੰ ਨਿਹਾਲ ਕਰ ਦਿੱਤਾ ਹੈ। ਸਾਰ ਵਸਤ ਜਗ ਮਹਿ ਸਭ ਜੀਤੀ, ਸੰਸਾਰ ਵਿੱਚ ਜਿੰਨੀਆਂ ਵੀ ਸ੍ਰੇਸ਼ਟ ਵਸਤੂਆਂ ਹਨ, ਸਾਰ ਵਸਤੂਆਂ ਹਨ, ਤਈ ਖਾਲਸੇ ਪ੍ਰਤ ਤੁਮ ਤੇਤੀ। ਮਹਾਰਾਜ ਤੁਸੀਂ ਸਾਰੀਆਂ ਖਾਲਸੇ ਪ੍ਰਤੀ ਬਖਸ਼ ਦਿੱਤੀਆਂ ਹਨ। ਪਾਏ ਪੰਥ ਅਸ ਜੋ ਨਰ ਗਿਰੈ, ਜਿਹੜਾ ਐਸੇ ਪੰਥ ਖਾਲਸੇ ਪੰਥ ਵਿੱਚ ਆ ਕੇ ਫਿਰ ਗਿਰ ਜਾਂਦਾ ਹੈ, ਪਤਿਤ ਹੋ ਜਾਂਦਾ ਹੈ। ਚਿੰਤੇ ਕੋ ਮੂਰਖ ਹੋਏ ਪਰੈ, ਉਸ ਤੋਂ ਵੱਡਾ ਮੂਰਖ ਕੌਣ ਹੈ ਸੰਸਾਰ ਵਿੱਚ? ਸਭ ਤੋਂ ਵੱਡਾ ਉਹ ਮੂਰਖ ਹੈ। ਸਿਖਰ ਸੁਮੇਰ ਚੜ੍ਹੈ ਜੋ ਜਾਏ, ਜੇ ਸੁਮੇਰ ਪਰਬਤ ਤੇ ਜਾ ਚੜੇ, ਸਿਖਰ ਦੇ ਉੱਤੇ ਚੋਟੀ ਤੇ ਪਹੁੰਚ ਜਾਵੇ, ਹੋਰ ਰਸਾਤਲ ਸੋਏ ਸਿਧਾਏ, ਤੇ ਉੱਤੋਂ ਫਿਰ ਡਿੱਗ ਪਵੇ, ਪਤਾਲ ਵਿੱਚ ਜਾ ਪਵੇ। ਰਹਿਤ ਬਤਾਈ ਤਿਆਗਹਿ ਜੋਏ, ਜਿਹੜੀ ਅਸੀਂ ਰਹਿਤ ਦੱਸੀ ਹੈ ਖਾਲਸੇ ਦੀ, ਉਹਨੂੰ ਜਿਹੜਾ ਤਿਆਗ ਦੇਵੇਗਾ, ਕੇਸਾਂ ਦੀ ਰਹਿਤ ਹੈ, ਸ਼ਸਤਰਾਂ ਦੀ ਰਹਿਤ ਹੈ, ਰਹਿਣੀ ਬਹਿਣੀ ਹੈ, ਜਿੰਨੀ ਵੀ ਮਰਿਆਦਾ ਸਾਰੀ, ਇਹ ਕੱਲੀ ਨਹੀਂ ਸਾਧ ਸੰਗਤ ਜੀ, ਮਰਿਆਦਾ ਬਹੁਤ ਵਿਸ਼ਾਲ ਹੈ ਤੇ ਹਰ ਪੱਖ ਤੋਂ ਮਹਾਰਾਜ ਨੇ ਸਮਝਾਇਆ ਹੈ। ਜੇ ਇਹਦੇ ਵਿੱਚੋਂ ਅਸੀਂ ਢਿੱਲੇ ਪੈ ਜਾਂਦੇ ਹਾਂ ਪਰ ਮਤਨ ਕੀ ਧਾਰ ਹੈ ਕੋਏ, ਔਰ ਦੂਸਰੇ ਮਤਾਂ ਦੀ ਜਾ ਕੇ ਧਾਰਨ ਕਰ ਲਈਏ, ਸੋ ਮਤਹੀਨ ਮਹਾ ਬੁਰਿਆਰੀ। ਕਹਿੰਦੇ ਉਹ ਸਮਝੋ ਮਤਹੀਨ ਹੈ, ਉਹ ਬੁਰਿਆਰੀ ਪਾਪ ਬੁਰਾ ਹੈ, ਬੁਰੇ ਤੋਂ ਵੀ ਬੁਰਾ ਹੈ। ਇਹ ਕੀਮਤ ਨਿਜ ਪੰਥ ਵਿਚਾਰੀ, ਉਹਨੇ ਆਪਣੇ ਪੰਥ ਦੀ ਕੀਮਤ ਹੀ ਨਹੀਂ ਜਾਣੀ, ਸਾਰੀ ਨਹੀਂ ਜਾਣੀ ਵੀ ਗੁਰੂ ਦੇ ਪੰਥ ਵਿੱਚ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਹਨ। ਪੰਥ ਖਾਲਸੇ ਨਿੰਦਿਆ ਕਰੈ, ਜਿਹੜਾ ਪੰਥ ਖਾਲਸੇ ਦੀ ਨਿੰਦਾ ਕਰਦਾ ਹੈ, ਗੁਰੂ ਖਾਲਸੇ ਪੰਥ ਨੂੰ ਕਿਸੇ ਤਰ੍ਹਾਂ ਵੀ ਨੀਵਾਂ ਵਿਖਾਣਾ ਚਾਹੁੰਦਾ ਹੈ, ਸੋ ਪਾਪੀ ਨਰ ਦੋਜਕ ਪਰੈ। ਉਹ ਪਾਪੀ ਬੰਦਾ ਨਰਕਾਂ 'ਚ ਪੈਂਦਾ, ਦੋਜਕ ਚ। ਜਿਸ ਮੈਂ ਇਹ ਸਭ ਅੰਗੀਕਾਰ, ਜਿਸ ਖਾਲਸੇ ਪੰਥ ਵਿੱਚ ਇਹ ਸਾਰੀਆਂ ਹੀ ਪ੍ਰਾਪਤ ਹਨ, ਇਹ ਸਾਰੇ ਹੀ ਸੁੱਖ ਹਨ। ਲੋਕ ਸੁਖੀਏ ਪਰਲੋਕ ਸਵੇਲੇ ਹਨ। ਬਿਨ ਦੁਖਨ ਮਹਿ ਮੰਡਲ ਭੂਖਨ, ਜਿਹੜਾ ਧਰਤੀ ਦੇ ਉੱਤੇ ਧਰਤੀ ਦਾ ਗਹਿਣਾ ਹੈ ਖਾਲਸਾ ਪੰਥ। ਜਿਵੇਂ ਸਾਧ ਸੰਗਤ ਜੀ ਕੋਈ ਇਸਤਰੀ ਗਹਿਣੇ ਪਾ ਕੇ ਸੋਹਣੀ ਲੱਗਦੀ ਹੈ ਨਾ, ਧਰਤੀ ਖਾਲਸੇ ਨਾਲ ਸੋਹਣੀ ਲੱਗਦੀ ਹੈ। ਮਹਾਰਾਜ ਦੀ ਬਾਣੀ ਵਿੱਚ ਵੀ ਕਬੀਰ ਧਰਤੀ ਸਾਧ ਕੀ, ਤਸਕਰ ਵੈਸੈ ਗਾਹੇ, ਧਰਤੀ ਭਾਰ ਨਾ ਵਿਆਪਈ ਉਹਨ ਕੋ ਲਾਹੂ ਲਾਹੇ। ਇਹ ਤਾਂ ਸਾਧੂਆਂ ਦੀ, ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ, ਰਿਸ਼ੀਆਂ ਮੁਨੀਆਂ ਦੀ, ਅਵਤਾਰਾਂ ਦੀ, ਯੋਧਿਆਂ ਦੀ, ਗਿਆਨੀਆਂ ਦੀ। ਤੋ ਖਾਲਸਾ ਉਹਦਾ ਸ਼ਿੰਗਾਰ ਹੈ, ਤੇ ਉਹ ਜੇ ਖਾਲਸੇ ਨੂੰ ਛੱਡ ਕੇ ਕਿਤੇ ਹੋਰ ਜਾਏਗਾ ਕੋਈ ਬੰਦਾ, ਤਾਂ ਸਮਝੋ ਆਪਣਾ ਸ਼ਿੰਗਾਰ ਆਪ ਹੀ ਲਾ ਲਵੇਗਾ। ਉਪਜੋ ਪੰਥ ਜੋ ਮਤ ਉਡ ਭੂਖਨ, ਇਹ ਇਸ ਤਰ੍ਹਾਂ ਹੈ ਜਿਵੇਂ ਤਾਰਿਆਂ ਦੇ ਵਿੱਚ ਸੂਰਜ ਪ੍ਰਗਟ ਹੋ ਜਾਵੇ ਤੇ ਉਹਦੀ ਲੋ ਅਲੋਪ ਹੋ ਜਾਂਦੀ ਤਾਰਿਆਂ ਦੀ। ਇਹ ਮਹਾਰਾਜ ਦਾ ਖਾਲਸਾ ਪੰਥ ਸੂਰਜ ਹੈ, ਇਹਦੇ ਸਾਹਮਣੇ ਬਾਕੀ ਮਤਾਂ ਦਾ ਸਾਧ ਸੰਗਤ ਦੀ ਪ੍ਰਭਾਵ ਜਿਹੜਾ ਹੈ ਉਹ ਫਿੱਕਾ ਪੈ ਜਾਂਦਾ ਹੈ। ਮਹਾਰਾਜ ਨੇ ਪੰਥ ਸਾਜਿਆ, ਕਿਸੇ ਦਾ ਵੈਰ ਹੀ ਨਹੀਂ ਬਣਾਇਆ। ਹਿੰਦੂ ਮੁਸਲਮਾਨ ਸਭ ਨਾਲ ਪ੍ਰੇਮ ਕਰਦਾ ਹੈ, ਸਾਰਿਆਂ ਦੀ ਰਾਖੀ ਕਰਦਾ ਹੈ। ਪਰ ਇਹ ਜਿਹੜੇ ਸੰਸਾਰੀ ਲੋਕ ਨੇ, ਹਿੰਦੂ ਤੇ ਮੁਸਲਮਾਨ, ਇਹ ਖਾਲਸੇ ਦੀ ਸ਼ਾਨ ਵੇਖ ਕੇ ਅੰਦਰੋਂ ਅੰਦਰ ਹੀ ਸੜਦੇ ਰਹਿੰਦੇ ਹਨ, ਦੁਖੀ ਹੁੰਦੇ ਹਨ। ਸਾਰੇ ਤਾਂ ਆਪਾਂ ਮਾੜੇ ਕਿਸੇ ਕੌਮ 'ਚ ਵੀ ਨਹੀਂ ਕਹਿ ਸਕਦੇ, ਚੰਗੇ ਵੀ ਹੁੰਦੇ ਆ, ਸਮਝਦਾਰ ਲੋਕ ਵੀ, ਜਿਨ੍ਹਾਂ ਦੇ ਪ੍ਰਭੂ ਦੀ ਕਿਰਪਾ ਹੁੰਦੀ ਹੈ। ਪਰ ਜਿਹੜੇ ਈਰਖਾਲੂ ਹਨ, ਉਹਦਾ ਆਪਣੇ ਗੁਆਂਢੀ ਨੂੰ ਵੇਖ ਕੇ ਵੀ ਸੜਦੇ ਹਨ। ਇਹ ਤਾਂ ਫਿਰ ਖਾਲਸੇ ਦੀ ਸ਼ਾਨ ਹੀ ਨਿਆਰੀ ਹੈ, ਇਹਨੂੰ ਵੇਖ ਕੇ ਦੁਖੀ ਹੁੰਦੇ ਹਨ। ਬੜੇ ਭਾਗ ਪੂਰਬਲੇ ਜਾਹੀ, ਕਿਉਂਕਿ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਹੈ, ਬਾਕੀ ਮਤ ਇਉਂ ਜਿਵੇਂ ਤਾਰੇ ਹਨ। ਤਾਰੇ ਛਪੇ ਹਨੇਰ ਪਲੋਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਹਨੇਰ ਪਲੋਆ। ਕਹਿੰਦੇ ਜਿਹਦੇ ਵੱਡੇ ਭਾਗ ਹੋਣਗੇ ਪੂਰਬਲੇ ਕਰਮ। ਇਹ ਪ੍ਰਭ ਸ਼ਰਨ ਆਪ ਕੀ ਪਾਹੀ, ਭਾਈ ਉਦੇ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਦਇਆ ਸਿੰਘ ਜੀ ਵਰਗੇ ਸਿੰਘ ਕਹਿ ਰਹੇ ਸੱਚੇ ਪਾਤਸ਼ਾਹ, ਇਹ ਸਭ ਵਡਿਆਈਆਂ ਆਪ ਜੀ ਦੀ ਦਇਆ ਨਾਲ ਹੀ ਪ੍ਰਾਪਤ ਹੋਈਆਂ ਹਨ।
ਆਪ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੋਈਆਂ ਹਨ। ਉਹ ਪਾਮਰ ਨਿਰਭਾਗ ਮਹਾਨੇ, ਜਿਹੜੇ ਪਾਮਰ ਪੁਰਸ਼ ਹਨ, ਨੀਚ ਬਿਰਤੀ ਵਾਲੇ ਹਨ, ਮਾੜੇ ਭਾਗ ਜਿਨ੍ਹਾਂ ਦੇ, ਸੋ ਤੁਮ ਕੋ ਨਹਿ ਸਕੈ ਪਛਾਨੇ। ਸਤਿਗੁਰੂ ਜੀ ਉਹ ਆਪ ਜੀ ਦੀ ਮਹਿਮਾ ਨੂੰ ਪਛਾਣ ਨਹੀਂ ਸਕਣਗੇ, ਕਿਉਂਕਿ ਪਾਮਰ ਬਿਰਤੀ ਵਾਲਾ ਅਵਤਾਰਾਂ ਦੀ ਮਹਾਂਪੁਰਸ਼ਾਂ ਦੀ ਅੰਦਰਲੀ ਬਿਰਤੀ ਤੱਕ ਨਹੀਂ ਪਹੁੰਚ ਸਕਦਾ, ਉਹ ਨਿੰਦਾ ਕਰਨ ਲੱਗ ਜਾਂਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਆਪ ਜੀ ਅਵਤਾਰਾਂ ਦੇ ਅਵਤਾਰ ਹੋ, ਇਹ ਸੰਸਾਰ ਵਿੱਚ ਸ਼੍ਰੋਮਣੀ ਅਵਤਾਰ ਪਰਮੇਸ਼ਰ ਦੇ ਆਪ ਜੀ ਹੋਏ ਹੋ। ਆਪ ਜੀ ਨੂੰ ਜਿਹੜਾ ਨਹੀਂ ਪਛਾਣ ਰਿਹਾ, ਸਮਝੋ ਉਹਦੇ ਮਾੜੇ ਕਰਮ ਹਨ, ਉਹਦੇ ਪੂਰਬਲੇ ਪਾਪ ਹੀ ਉਹਦੀ ਬੁੱਧੀ ਤੇ ਪਰਦਾ ਪਾਈ ਬੈਠੇ ਹਨ। ਜਿਹਦੇ ਮਨ ਦੇ ਵਿੱਚ, ਬਿਰਤੀ ਦੇ ਵਿੱਚ, ਅੰਤਸ਼ਕਰਨ ਵਿੱਚ ਨਿਰਮਲਤਾ ਆਏਗੀ ਨਾ, ਉਹ ਕਲਗੀਧਰ ਪਾਤਸ਼ਾਹ ਦੀ ਮਹਿਮਾ ਨੂੰ ਜਾਣੇਗਾ। ਤੇ ਜਿਹਦਾ ਮਨ ਮੈਲਾ ਹੈ, ਜਿਹਦੇ ਮਨ 'ਚ ਰਾਗ ਦਵੈਸ਼ ਹੈ, ਉਹ ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣ ਸਕਦਾ। ਨਹੀਂ ਪੰਥ ਕੀ ਮਹਿਮਾ ਮਨ ਹੈ, ਉਹ ਆਪ ਜੀ ਦੇ ਪੰਥ ਦੀ ਮਹਿਮਾ ਨੂੰ ਵੀ ਨਹੀਂ ਮੰਨੇਗਾ, ਉਹ ਪੰਥ ਦੀ ਨਿੰਦਾ ਕਰਨਗੇ। ਅੱਜ ਵੀ ਸਾਧ ਸੰਗਤ ਜੀ ਖਾਲਸੇ ਦੇ ਵਿੱਚ ਹੀ ਪਿਛਲੇ 100 ਸਾਲਾਂ ਤੋਂ ਇਹੋ ਜਿਹੀ ਮੱਤ ਵਾਲੇ ਪੈਦਾ ਹੋ ਗਏ, ਜਿਹੜੇ ਖਾਲਸੇ ਪੰਥ ਦੀ ਪੁਰਾਤਨ ਮਰਜ਼ਾਦਾ ਦੀ ਨਿੰਦਾ ਹੀ ਕਰੀ ਜਾਂਦੇ। ਪਤਾ ਹੈ ਨਹੀਂ ਕਿਸੇ ਗੱਲ ਦਾ, ਬਸ ਐਵੇਂ ਹੀ ਸੁਣੀਆਂ ਸੁਣਾਈਆਂ ਗੱਲਾਂ ਤੇ ਹੀ ਕਿੰਤੂ ਪਰੰਤੂ ਹਰ ਵੇਲੇ ਤਰਕ ਵਾਲੀ ਬਿਰਤੀ ਸਾਧ ਸੰਗਤ ਜੀ ਕਦੀ ਮਨ ਨੂੰ ਸ਼ਾਂਤੀ ਨਹੀਂ ਆਉਣ ਦਿੰਦੀ। ਜਿਵੇਂ ਕਿਸੇ ਘਰ 'ਚ ਸੱਪਣੀ ਵੜ ਜਾਵੇ ਤੇ ਉੱਥੇ ਉਹ ਆਪਣੇ ਨਿੱਕੇ ਨਿੱਕੇ ਸਪੋਲੀਏ ਆਂਡੇ ਦੇ ਦੇਵੇ, ਉੱਥੇ ਸੱਪ ਹੀ ਸੱਪ ਹੋ ਜਾਣਗੇ। ਇਹ ਜਿਹੜੀ ਤਰਕ ਰੂਪੀ ਸੱਪਣੀ ਹੈ, ਸਾਡੀ ਬੁੱਧੀ ਵਿੱਚ ਵੜ ਗਈ ਹੈ। ਇਹਦੇ ਵਿੱਚੋਂ ਫਿਰ ਸ਼ੰਕਿਆ ਰੂਪੀ ਸਪੋਲੀਏ ਬੜੇ ਹੋ ਗਏ ਹਨ। ਹਰ ਗੱਲ ਤੇ ਹੀ ਸ਼ੰਕਾ, ਹਰ ਗੱਲ ਤੇ ਹੀ ਕਿੰਤੂ ਪਰੰਤੂ ਹੈ, ਮਨ ਨੂੰ ਕਿਸੇ ਦੇ ਸ਼ਾਂਤੀ ਨਹੀਂ। ਇਹੀ ਕਲਯੁਗ ਹੈ, ਹੋਰ ਕਲਯੁਗ ਕੁਛ ਨਹੀਂ। ਕਿਤਾ ਦੇਸ਼ ਨਾ ਆਇਆ ਸੁਣੀਆਂ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤੈ ਨਾਹੀ, ਮਹਿਲ ਉਸਾਰ ਨਾ ਬੈਠਾ। ਇਹੀ ਕਲਯੁਗ ਹੈ ਜਿਹੜਾ ਸਾਡੀਆਂ ਬਿਰਤੀਆਂ ਨੂੰ ਪਰਮੇਸ਼ਰ ਨਾਲ ਨਹੀਂ ਜੁੜਨ ਦਿੰਦਾ। ਜਨਮ ਮਰਨ ਮਹਿ ਸੇ ਅਨਜਾਨ ਹੈ, ਉਹ ਜਨਮ ਮਰਨ ਵਿੱਚ ਪਏ ਰਹਿਣਗੇ ਅਣਜਾਣ ਬਿਰਤੀ ਵਾਲੇ ਲੋਕ। ਧੰਨ ਗੁਰੂ ਧੰਨ ਪੰਥ ਤੁਮਾਰਾ, ਇਹ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਆਪ ਧੰਨ ਹੋ, ਆਪ ਦਾ ਪੰਥ ਖਾਲਸਾ ਵੀ ਧੰਨ ਹੈ। ਸਾਰ ਨਿਕਾਰ ਜੋ ਅੰਗੀਕਾਰ, ਆਪ ਜੀ ਨੇ ਸਾਰੇ ਵੇਦਾਂ ਸ਼ਾਸਤਰਾਂ ਮਤਾਂ ਮਤਾਂਤਰਾਂ ਦਾ ਨਿਚੋੜ ਕੱਢ ਲਿਆ। ਜਿੰਨਾ ਸਾਰੇ ਸੰਸਾਰ ਦਾ ਗਿਆਨ ਸੀ, ਉਹ ਸਾਰਾ ਮਹਾਰਾਜ ਨੇ ਅਨੰਦਪੁਰ ਸਾਹਿਬ ਬੁਲਾ ਮੰਗਾ ਲਿਆ। ਵੇਦਾਂ ਸ਼ਾਸਤਰਾਂ ਸਿਮਰਤੀਆਂ ਪੁਰਾਣਾ ਗੁਰਬਾਣੀ ਸਾਰੇ ਗ੍ਰੰਥਾਂ ਦਾ ਮੁਤਾਲਿਆ ਕਰਕੇ, ਦੁਨੀਆ ਦੀ ਫਿਲਾਸਫੀਆਂ ਵਿਚਾਰਧਾਰਾਵਾਂ ਦਾ ਚੰਗੀ ਤਰ੍ਹਾਂ ਮੰਥਨ ਕਰਕੇ, ਉਹਦੇ ਵਿੱਚੋਂ ਜਿਹੜਾ ਮੱਖਣ ਨਿਕਲਿਆ, ਉਹ ਮੱਖਣ ਹੈ ਖਾਲਸਾ ਪੰਥ। ਜਦੋਂ ਮੱਖਣ ਕੱਢ ਲਈਏ ਪਿੱਛੇ ਸਾਧ ਸੰਗਤ ਜੀ ਲੱਸੀ ਰਹਿ ਜਾਂਦੀ ਹੈ। ਸੰਤੋਂ ਮੱਖਣ ਖਾਇਆ ਛਾਛ ਪੀਆ ਸੰਸਾਰ, ਮਹਾਂਪੁਰਸ਼ਾਂ ਨੇ ਤੇ ਮੱਖਣ ਖਾ ਲਿਆ, ਸੰਸਾਰ ਲੱਸੀ ਪੀ ਵੀ ਜਾਂਦਾ। ਸੋ ਗੁਰੂ ਕਲਗੀਧਰ ਜੀ ਆਪ ਜੀ ਨੇ ਤੱਤ ਕੱਢ ਦਿੱਤਾ ਹੈ। ਇਹ ਸ੍ਰੀ ਨਾਨਕ ਆਦਿ ਗੁਰੂ ਦਸ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ 10ਵੇਂ ਰੂਪ ਆਪ ਜੀ ਹੋਏ ਹੋ। ਜੋਗ ਭੋਗ ਕੋ ਲਿਓ ਜਿਨਹੁ ਰਸ, ਮਹਾਰਾਜ ਜੋਗ ਦਾ ਵੀ ਰਸ ਮਾਣਿਆ, ਭੋਗ ਦਾ ਵੀ ਰਸ ਮਾਣਿਆ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ। ਮਹਾਰਾਜ ਜੋਗੀਆਂ ਵਿੱਚੋਂ ਵੱਡੇ ਜੋਗੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੋਏ ਹਨ। ਸੰਸਾਰ ਦੇ ਸਾਰੇ ਪਦਾਰਥਾਂ ਨੂੰ ਤਿਲਾਂਜਲੀ ਦੇ ਕੇ, ਸਾਰੇ ਸੁੱਖਾਂ ਨੂੰ ਤਿਆਗ ਕੇ, ਭਾਈ ਮਰਦਾਨਾ ਕਹਿੰਦਾ ਹੁੰਦਾ ਸੀ, ਮਹਾਰਾਜ ਹੁਣ 3 ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ, ਹਫਤਾ ਹੋ ਗਿਆ ਮਹਾਰਾਜ ਕੁਝ ਖਾਧਾ ਨਹੀਂ, ਸਰੀਰ 'ਚ ਸੱਤਿਆ ਨਹੀਂ ਰਹੀ। ਤੇ ਕਈ ਵਾਰੀ ਭਾਈ ਮਰਦਾਨੇ ਨੂੰ ਅੱਕ ਦੀਆਂ ਖੱਖੜੀਆਂ ਵੀ ਖਵਾਉਣੀਆਂ ਪਈਆਂ ਤੇ ਰੀਠੇ ਵੀ ਖਵਾਏ ਮਿੱਠੇ ਕਰਕੇ। ਤੇ ਪਰ ਉਹ ਜਿਹੜਾ ਜੋਗ ਸੀਗਾ, ਉਹ 6ਵੇਂ ਜਾਮੇ 'ਚ ਮਹਾਰਾਜ ਜਦੋਂ ਬੈਠੇ ਤਖਤ ਦੇ ਉੱਤੇ, ਰਾਜ ਭੋਗ ਆ ਗਿਆ, ਮੀਰੀਆਂ ਪੀਰੀਆਂ ਆ ਗਈਆਂ, ਘੋੜੇ ਹਾਥੀ, ਰਾਜਾ ਮਹਾਰਾਜਿਆਂ ਵਾਲੀ ਜਿਹੜੀ ਕਲਗੀਆਂ ਤੋੜੇ ਲਾ ਕੇ ਬੈਠਣਾ, ਅਕਾਲ ਤਖਤ ਦੀ ਰਚਨਾ ਕਰਨੀ। 5 ਪਾਤਸ਼ਾਹੀਆਂ ਨੇ ਜੋਗ ਵਿੱਚ ਤੇ 5 ਪਾਤਸ਼ਾਹੀਆਂ ਨੇ ਭੋਗ ਵਿੱਚ ਸੰਸਾਰ ਨੂੰ ਦਰਸ਼ਨ ਦਿੱਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜਿਆਂ ਮਹਾਰਾਜਿਆਂ ਵਾਲੀ ਬਿਰਤੀ ਨੂੰ ਭੋਗ ਬਿਰਤੀ ਵੀ ਕਹਿੰਦੇ ਆ, ਪਰ ਇੱਕ ਭੋਗ ਬਿਰਤੀ ਵਿਕਾਰੀਆਂ ਦੀ ਹੁੰਦੀ ਹੈ। ਉਹ ਸਾਡੀ ਸੰਸਾਰੀ ਲੋਕਾਂ ਦੀ ਜਿਵੇਂ ਬਿਰਤੀ ਭੋਗ ਵਿੱਚ ਚਲੀ ਗਈ, ਖਾਣ ਪੀਣ ਵਿੱਚ ਸੌਰਾਮ ਕਰੋ, ਉਹ ਨਹੀਂ। ਉਹ ਜੋਗੀਆਂ ਵਿੱਚ ਜੋਗੀ, ਭੋਗੀਆਂ ਵਿੱਚ ਭੋਗੀ, ਭੋਗੀਆਂ ਵਿੱਚ ਵੀ ਜੋਗੀ। ਭੋਗ ਭੋਗਦਿਆਂ ਹੋਇਆਂ ਵੀ ਮਨ ਨਿਰਲੇਪ ਹੈ, ਕਿਸੇ ਚੀਜ਼ ਦਾ ਮੋਹ ਨਹੀਂ। ਜਦੋਂ ਛੱਡਣ ਦੀ ਵਾਰੀ ਆਈ ਤੇ ਸਾਰਾ ਕੁਝ ਮਿੰਟ ਵਿੱਚ ਹੀ ਤਿਆਗ ਦਿੱਤਾ। 4 ਸਾਹਿਬਜ਼ਾਦੇ ਵੀ ਵਾਰ ਦਿੱਤੇ, ਅਨੰਦਪੁਰ ਸਾਹਿਬ ਦੀਆਂ ਬਾਦਸ਼ਾਹੀਆਂ ਵੀ ਤਿਆਗ ਕੇ ਮਾਛੀਵਾੜੇ ਦੇ ਜੰਗਲਾਂ 'ਚ ਜਾ ਬੈਠੇ। ਇਹ ਅਸਲ ਜਿਹੜੀ ਪੂਰਨ ਬ੍ਰਹਮ ਗਿਆਨੀ ਦੀ ਬਿਰਤੀ ਹੈ, ਉਹ ਮਹਾਰਾਜ ਨੇ ਦਿਖਾਈ ਹੈ। हे ਸਤਿਗੁਰੂ ਜੀ, ਆਪ ਜੋਗੀਆਂ 'ਚੋਂ ਜੋਗੀ ਹੋ, ਭੋਗੀਆਂ 'ਚੋਂ ਭੋਗੀ ਹੋ। ਜੋਗ ਭੋਗ ਮਹਿ ਦੋਨੋਂ ਰੀਤ, ਜੋਗ ਭੋਗ ਦੇ ਵਿੱਚ ਪੂਰੇ ਤਰ੍ਹਾਂ ਦੇ ਨਾਲ ਦਈ ਪੰਥ ਕੋ ਨਿਰਮਲ ਚੀਤ। ਆਪ ਜੀ ਨੇ ਰੀਤੀ ਖਾਲਸੇ ਨੂੰ ਦਿੱਤੀ ਹੈ। ਖਾਲਸਾ ਜੋਗੀ ਵੀ ਹੋਵੇਗਾ, ਖਾਲਸਾ ਰਾਜ ਦਾ ਭੋਗੀ ਵੀ ਹੋਵੇਗਾ।
ਰਾਜੇ ਮਹਾਰਾਜੇ ਹੋਣਗੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਪੰਥ ਦੇ ਬਾਦਸ਼ਾਹ ਸਨ। ਸਾਧ ਸੰਗਤ ਜੀ, ਅੱਜ ਕੱਲ੍ਹ ਜਿਨ੍ਹਾਂ ਨੂੰ ਮੂੰਹ ਨਹੀਂ ਨਾ ਧੋਣਾ ਆਉਂਦਾ, ਦਾਤਨ ਕੁਰਲਾ ਵੀ ਨਹੀਂ ਕਰਦੇ, ਸਵੇਰੇ ਮੂੰਹ 'ਚੋਂ ਥੁੱਕਾਂ ਡਿੱਗਦੀਆਂ ਹੁੰਦੀਆਂ ਨੇ। ਤੇ ਮਹਾਰਾਜਾ ਰਣਜੀਤ ਸਿੰਘ ਦੇ ਇੰਨੇ ਵਿਆਹ ਕਿਉਂ ਸਨ? ਆਖੇ ਜੀ ਉਹ ਆਹ ਕਰਦਾ ਸੀ, ਉਹ ਕਰਦਾ ਸੀ। ਹੁਣ ਰਾਜਾ ਸੀ ਸਾਧ ਸੰਗਤ ਜੀ, ਰਾਜੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਅਧਿਕਾਰ ਦਿੱਤੇ ਹੁੰਦੇ ਹਨ। ਉਹ ਸੰਸਾਰ ਦੇ ਭੋਗ ਭੋਗਦਾ ਵੀ ਨਿਰਲੇਪ ਸੀਗਾ। ਉਹਨੇ ਗੁਰੂ ਰਾਮਦਾਸ ਦੇ ਦਰਬਾਰ ਦੀ ਸੇਵਾ ਕੀਤੀ। ਉਹਨੇ ਖਾਲਸੇ ਦੇ ਨਿਸ਼ਾਨ ਚੀਨ ਦੇ ਬਾਰਡਰ ਤੋਂ ਲੈ ਕੇ ਕਾਬਲ ਤੱਕ ਚਲਾ ਦਿੱਤੇ। ਉਹਦਾ ਰਾਜ ਵੇਖ ਕੇ ਹਿੰਦੁਸਤਾਨ ਦੀ ਬ੍ਰਿਟਿਸ਼ ਹਕੂਮਤ ਥਰ-ਥਰ ਕੰਬਦੀ ਸੀ। ਅੰਗਰੇਜ਼ ਪੰਜਾਬ ਵੱਲ ਮੂੰਹ ਨਹੀਂ ਕਰ ਸਕੇ ਸ਼ੇਰੇ ਪੰਜਾਬ ਦੇ ਜਿਉਂਦਿਆਂ। ਉਹ ਕਾਬਲ ਦੇ ਪਠਾਨ ਕੁਸਕ ਨਹੀਂ ਸਕੇ। ਦੋਸਤ ਮੁਹੰਮਦ ਵਰਗਿਆਂ ਨੂੰ ਜਾ ਕੇ ਨੱਥ ਪਾਈ ਕਾਬਲ ਤੱਕ। ਹਰੀ ਸਿੰਘ ਨਲੂਏ ਨੇ ਡੰਕਾ ਵਜਾਇਆ। ਫਰਾਂਸ ਦੀ ਸਰਕਾਰ ਦੇ ਲਿਖੇ ਹੋਏ ਚਿੱਠੇ ਅੱਜ ਵੀ ਸਾਡੇ ਖਜ਼ਾਨੇ 'ਚ ਪਏ ਨੇ ਪੰਥ ਦੇ ਕੋਲ, ਜਿਹਦੇ ਵਿੱਚ ਲਿਖਿਆ ਹੈ ਵੀ ਰਾਜ ਦੁਨੀਆ 'ਚ ਬੜੇ ਵੇਖੇ ਪਰ ਤੁਹਾਡੇ ਸਰਕਾਰ ਖਾਲਸੇ ਵਰਗਾ ਕੋਈ ਨਹੀਂ ਹੈ। ਇਸ ਯੋਗ ਭੋਗ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਦਾਨ ਦਿੱਤਾ ਹੈ। ਤੋ ਸਿੰਘ ਕਹਿੰਦੇ ਮਹਾਰਾਜ ਤੁਸੀਂ ਆਪਣੇ ਖਾਲਸੇ ਨੂੰ ਜੋਗੀ ਵੀ ਬਣਾਇਆ ਹੈ। ਬੜੇ ਬੜੇ ਬ੍ਰਹਮ ਗਿਆਨੀ ਭਾਈ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਰਾਮ ਕੋਇਰ ਜੀ ਵਰਗੇ, ਭਾਈ ਦਇਆ ਸਿੰਘ ਜੀ ਵਰਗੇ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਵਰਗੇ ਬ੍ਰਹਮ ਗਿਆਨੀ ਇਸ ਪੰਥ ਵਿੱਚ ਹੋਏ ਹਨ। ਔਰ ਸੂਰਮੇ ਬਾਬਾ ਬਚਿੱਤਰ ਸਿੰਘ ਜੀ ਵਰਗੇ ਜੰਗੀ ਜਰਨੈਲ, ਹਾਥੀਆਂ ਦੇ ਸ਼ੇਰਾਂ ਦੇ ਮੱਥੇ ਪਾੜਨ ਵਾਲੇ ਇਸ ਪੰਥ ਵਿੱਚ ਹੋਏ ਹਨ। ਭਾਈ ਨੰਦ ਲਾਲ ਜੀ ਵਰਗੇ, ਭਾਈ ਸੰਤੋਖ ਸਿੰਘ ਜੀ ਵਰਗੇ ਬੜੇ ਬੜੇ ਵਿਦਵਾਨ ਪ੍ਰਕਾਂਡ ਗੁਣੀ ਗਿਆਨੀ ਇਸ ਪੰਥ ਵਿੱਚ ਹੋਏ ਹਨ। ਔਰ ਹਰ ਤਰ੍ਹਾਂ ਦੀ ਵਿਦਿਆ, ਹਰ ਤਰ੍ਹਾਂ ਦੀ ਕਲਾ ਗੁਰੂ ਸਾਹਿਬ ਜੀ ਆਪਣੇ ਖਾਲਸੇ ਨੂੰ ਦਿੱਤੀ ਹੈ। ਸਤਨਾਮ ਕੋ ਸਿਮਰਨ ਕਰਨਾ, ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਨਾ। ਹਰ ਵੇਲੇ ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਐਸੀ ਜਿਨ੍ਹਾਂ ਨੂੰ ਮਹਾਰਾਜ ਨੇ ਬਿਰਤੀ ਦਿੱਤੀ ਹੈ। ਇਹੀ ਜੋਗ ਇੱਕ ਲਿਵ ਕੋ ਬਰਨੋ, ਇਹ ਜੋਗ ਹੈ। ਹੁਣ ਕਵੀ ਜੀ ਦੱਸ ਰਹੇ ਨੇ ਵੀ ਜੋਗ ਕੀ ਹੈ। ਹਰ ਵੇਲੇ ਲਿਵ ਲਾਣੀ, ਜੋਗ ਬਣਿਆ ਤੇਰਾ ਕੀਰਤਨ ਗਾਈ। ਸਾਡੇ ਕਈ ਭਰਾ ਸਮਝਣਗੇ ਵੀ ਜੋਗ ਦਾ ਅਰਥ ਸ਼ਾਇਦ ਕੰਨ ਪਾੜ ਲੈਣੇ ਤੇ ਪਿੰਡੇ ਤੇ ਸਵਾਹ ਮਲਣੀ ਹੁੰਦੀ ਹੈ। ਨਹੀਂ, ਜੋਗ ਦਾ ਮਤਲਬ ਜੁੜਨਾ ਹੁੰਦਾ, ਚਿੱਤ ਬਿਰਤੀ ਨੂੰ ਜੋੜ ਲੈਣਾ, ਇਹ ਯੋਗ ਹੈ। ਯੋਗਸ ਚਿੱਤ ਬਿਰਤੀ ਨਿਰੋਧਾ, ਜਿਹੜਾ ਪਤੰਜਲੀ ਜੀ ਨੇ ਸ਼ਾਸਤਰ ਲਿਖਿਆ ਹੈ, ਉਹਦਾ ਸੂਤਰ ਹੈ ਕਿ ਚਿੱਤ ਬਿਰਤੀਆਂ ਦਾ ਨਿਰੋਧ ਕਰਨਾ, ਰੋਕ ਲੈਣਾ, ਮਨ ਦੀਆਂ ਬਿਰਤੀਆਂ ਨੂੰ ਜੋੜ ਲੈਣਾ, ਸਮਾਹਿਤ ਕਰ ਲੈਣਾ ਹੀ ਯੋਗ ਹੈ। ਵਾਹਿਗੁਰੂ 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 ਕਰਦਿਆਂ ਹੋਇਆ, ਕੀਰਤਨ ਕਰਦਿਆਂ ਹੋਇਆ, ਬਾਣੀ ਪੜ੍ਹਦਿਆਂ ਹੋਇਆ, ਨਾਮ ਜਪਦਿਆਂ ਹੋਇਆ ਖਾਲਸਾ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ। ਲਰਨ ਰਿਪਨਸੋ ਕਰਬੋ ਰਾਜ, ਔਰ ਵੈਰੀਆਂ ਨਾਲ ਯੁੱਧ ਕਰਨਾ ਔਰ ਰਾਜ ਪ੍ਰਾਪਤ ਕਰਨਾ। ਇਹੀ ਭੋਗ ਕੇ ਦਿਏ ਸਮਾਜ, ਇਹ ਭੋਗ ਹੈ। ਭੋਗ ਕੀ ਹੈ? ਇਹ ਨਹੀਂ ਵੀ ਮਾੜੇ ਕੰਮ ਕਰਨੇ, ਸ਼ਰਾਬਾਂ ਪੀਣੀਆਂ, ਇਸਤਰੀਆਂ ਦਾ ਸੰਗ ਕਰਨਾ, ਉਹ ਭੋਗ ਨਹੀਂ ਹੈ। ਇੱਥੇ ਭੋਗ ਦਾ ਮਤਲਬ ਹੈ ਧਰਤੀ ਦਾ ਰਾਜ ਭੋਗਣਾ, ਸੰਸਾਰ ਦੇ ਵਿੱਚ ਰਾਜਾ ਮਹਾਰਾਜਾ ਦੀ ਤਰ੍ਹਾਂ ਰਹਿਣਾ, ਸ਼ਾਨ ਦੇ ਨਾਲ ਰਹਿਣਾ। ਇਹ ਸਰਦਾਰੀ ਜਿਹੜੀ ਦਿੱਤੀ ਹੈ ਖਾਲਸੇ ਨੂੰ, ਤੇਗ ਦਿੱਤੀ ਹੈ, ਸ਼ਸਤਰ ਦਿੱਤੇ ਹਨ, ਇਹ ਭੋਗ ਦਾ ਸਮਾਜ ਹੈ। ਹਾਂਜੀ, ਇਤਿਆਦਕ ਕਹਿ ਨਿਰਮਲ ਜਸ ਕੋ, ਇਸ ਤਰ੍ਹਾਂ ਸਿੰਘਾਂ ਨੇ ਮਹਾਰਾਜ ਦਾ ਨਿਰਮਲ ਜਸ ਕੀਤਾ। ਐਸਾ ਲਿਖਿਆ ਗੁਰ ਕੀਰਤ ਕੋ ਅਪਰੋਹ ਕਰੇ। ਕਹਿੰਦੇ ਗੁਰੂ ਦੀ ਵਡਿਆਈ ਗੁਰੂ ਦੇ ਮੂੰਹ ਤੇ ਕਰਨੀ ਚਾਹੀਦੀ ਹੈ। ਜਸ ਬੰਧ ਭਰਾਤਨ ਪਰੋਖ ਰਹੇ, ਮਿੱਤਰਾਂ ਦੋਸਤਾਂ ਦੀ ਵਡਿਆਈ ਉਹਨਾਂ ਦੀ ਪਿੱਠ ਪਿੱਛੇ ਕਰਨੀ ਚਾਹੀਦੀ ਹੈ। ਬਿਰਤਦਾਸ ਜਿਸਾ ਕਰਮਾਂਤ ਕਹੇ, ਨੌਕਰ ਦੀ ਸੇਵਾਦਾਰ ਦੀ ਵਡਿਆਈ ਉਦੋਂ ਕਰੋ ਜਦੋਂ ਕੰਮ ਤੋਂ ਵਿਹਲਾ ਹੋ ਜੇ। ਜੇ ਪਹਿਲਾਂ ਹੀ ਕਰ ਦਿੱਤੀ ਤੇ ਕੰਮ ਛੱਡ ਕੇ ਹੀ ਬਹਿ ਜਾਏਗਾ। ਇਸ ਕਰਕੇ ਜਦੋਂ ਕੰਮ ਕਰ ਲਵੇ ਫਿਰ ਉਹਨੂੰ ਆਖੇ ਵਾਹ ਵਾਹ ਵਧੀਆ ਕੰਮ ਕੀਤਾ, ਪਹਿਲਾਂ ਨਾ ਕਵੇ। ਤੇ ਕਹਿੰਦੇ ਅਬਲਾ ਸੋ ਤੂਪ ਕਬੂ ਨਾ ਕਹੇ, ਆਪਣੇ ਪੁੱਤਰ ਦੀ ਤੇ ਆਪਣੀ ਘਰ ਵਾਲੀ ਦੀ ਉਪਮਾ ਕਦੀ ਨਾ ਕਰੇ, ਕਿਉਂਕਿ ਉਹ ਲੋਕ ਕਹਿਣਗੇ ਆਪਣੇ ਘਰ ਦੀ ਆਪਣੇ ਬੱਚਿਆਂ ਦੀ ਵਡਿਆਈ ਆਪਣੇ ਮੂੰਹ ਤੋਂ ਕਰੀ ਜਾਂਦਾ, ਉੱਤਮ ਪੁਰਸ਼ ਆਪਣੀ ਵਡਿਆਈ ਆਪਣੇ ਮੂੰਹ ਤੋਂ ਨਹੀਂ ਕਰਿਆ ਕਰਦੇ। ਸੋ ਗੁਰੂ ਦੀ ਕੀਰਤੀ ਕਰਨੀ ਗੁਰੂ ਦੇ ਸਾਹਮਣੇ ਭਾਈ ਉਦੈ ਸਿੰਘ ਜੀ ਨੇ, ਭਾਈ ਆਲਮ ਸਿੰਘ ਜੀ ਜੈਸੇ ਸਿੰਘਾਂ ਨੇ ਕੀਤੀ ਹੈ। ਬੰਧੈ ਸਤਿਗੁਰ ਪਾਏ ਪਰਸ ਕੋ, ਔਰ ਮਹਾਰਾਜ ਦੇ ਚਰਨਾਂ ਦੇ ਨਮਸਕਾਰ ਕੀਤੀ ਹੈ। ਮਹਾਰਾਜ ਦੇ ਚਰਨ ਪਰਸੇ ਹਨ। ਅੰਮ੍ਰਿਤ ਲੇਤ ਅਨੇਕ, ਹਰ ਰੋਜ਼ ਅੰਮ੍ਰਿਤ ਸੰਚਾਰ ਹੁੰਦਾ ਹੈ। ਪੰਜ ਪਿਆਰੇ ਰੋਜ਼ ਅੰਮ੍ਰਿਤ ਦਿੰਦੇ ਹਨ ਤੇ ਸੰਗਤਾਂ ਅੰਮ੍ਰਿਤ ਛਕਦੀਆਂ ਹਨ। ਲੇਤ ਦਿਵਾਵਤ ਜਲਦ ਵਿਵੇਕ, ਮਹਾਰਾਜ ਸਿੰਘਾਂ ਨੂੰ ਅੰਮ੍ਰਿਤ ਦੇ ਰਹੇ ਨੇ, ਦਵਾ ਰਹੇ ਨੇ, ਛਕਾ ਰਹੇ ਨੇ। ਪੰਜ ਪਿਆਰੇ ਰੋਜ਼ ਬਾਟਾ ਤਿਆਰ ਕਰਦੇ, ਰੋਜ਼ ਸੰਗਤ ਆ ਜਾਂਦੀ, ਸਿੰਘ ਆ ਜਾਂਦੇ ਨੌਜਵਾਨ। ਰਹਿਤ ਬਤਾਵਤ ਮਹਿਮਾ ਗਾਵਤ, ਰਹਿਤ ਦੱਸਦੇ ਹਨ, ਰਹਿਤ ਦੀ ਮਹਿਮਾ ਦੱਸਦੇ ਹਨ। ਮੇਲ ਮਸੰਦਨ ਸੰਗ ਹਟਾਵਤ, ਤੇ ਨਾਲ ਬਚਨ ਕਰਦੇ ਮਸੰਦਾਂ ਨੂੰ ਨਹੀਂ ਮਲਣਾ, ਮਸੰਦਾਂ ਨਾਲ ਮੇਲ ਨਹੀਂ ਕਰਨਾ। ਮੀਣੇ ਮਸੰਦੀਏ ਧੀਰ ਮਲੀਏ, ਰਾਮ ਰਾਈਏ ਨੜੀ ਮਾਰ, ਕੁੜੀ ਮਾਰ ਦੀ ਸੰਗਤ ਨਹੀਂ ਬਹਿਣਾ। ਇਹ ਬਚਨ ਮਹਾਰਾਜ ਕਰਦੇ ਆ ਦਸਵੇਂ ਪਾਤਸ਼ਾਹ।
ਮੀਣੇ ਜਿਹੜੇ ਬਾਬੇ ਪ੍ਰਿਥੀ ਚੰਦ ਨੂੰ ਗੁਰੂ ਮੰਨ ਕੇ ਤੇ ਗੁਰੂ ਅਰਜਨ ਦੇਵ ਸਾਹਿਬ ਦੀ ਵਿਰੋਧਤਾ ਕਰਦੇ ਰਹੇ, ਗੁਰੂ ਹਰਗੋਬਿੰਦ ਸਾਹਿਬ ਦੀ ਵਿਰੋਧਤਾ ਕਰਦੇ ਰਹੇ, ਗੁਰੂ ਘਰ 'ਚ ਪਾਟਕ ਪਾਇਆ। ਮਸੰਦੀਏ ਜਿਹੜੇ ਗੁਰੂ ਘਰ ਦੇ ਮਸੰਦ ਕਾਰਪੇਟਾ ਗੁਰੂ ਘਰ ਦੀ ਆਪ ਹੀ ਖਾ ਜਾਂਦੇ ਸੀ ਤੇ ਕੁਝ % ਗੁਰੂ ਘਰ 'ਚ ਦਿੰਦੇ, ਬਾਕੀ ਲੋਕਾਂ ਵਿੱਚ ਪ੍ਰਚਾਰ ਕਰਦੇ ਵੀ ਗੁਰੂ ਬਣਾਉਣਾ ਸਾਡੇ ਵਾਸ ਹੈ, ਜਿਹਨੂੰ ਮਰਜ਼ੀ ਬਣਾਈਏ, ਜਿਹਨੂੰ ਮਰਜ਼ੀ ਢਾਈਏ। ਇਹੋ ਜਿਹੇ ਜਿਹੜੇ ਮਸੰਦ ਮੀਣੇ ਮਸੰਦੀਏ, ਧੀਰ ਮੱਲੀਏ ਬਾਬਾ ਧੀਰ ਮੱਲ ਦੇ ਜਿਹੜੇ ਮੰਨਣ ਵਾਲੇ ਹਨ, ਰਾਮ ਰਾਈਏ ਬਾਬੇ ਰਾਮ ਰਾਏ ਨੂੰ ਮੰਨਣ ਵਾਲੇ, ਨੜੀ ਮਾਰ ਜਿਹੜੇ ਹੁੱਕਾ ਪੀਂਦੇ, ਸਿਗਰਟ ਬੀੜੀ ਪੀਂਦੇ, ਤੰਬਾਕੂ ਪੀਂਦੇ, ਕੁੜੀ ਮਾਰ ਜੰਮਦੀ ਕੁੜੀ ਜਿਹੜੀ ਮਾਰ ਦਿੰਦੇ ਆ ਵੀ ਕੁੜੀਆਂ ਨੂੰ ਕੀ ਕਰਨਾ ਹੈ, ਕੁੜੀਆਂ ਵਿਆਹਣੀਆਂ ਪੈਂਦੀਆਂ। ਉਹੋ ਜਿਹੇ ਜਿਹੜੇ ਨੀਚ ਕਰਮ ਕਰਦੇ ਆ, ਹੋਰ ਚੋਰ ਜਾਰ ਜੁਆਰ, ਉਹਨਾਂ ਦੀ ਸੰਗਤ ਤੋਂ ਵੱਖਰਾ, ਉਹਨਾਂ ਨਾਲ ਬਹਿਣਾ ਨਹੀਂ, ਉਹਨਾਂ ਨਾਲ ਖਲੋਣਾ ਨਹੀਂ, ਉਹਨਾਂ ਦੀ ਗੱਲ ਨਹੀਂ ਕਰਨੀ। ਅੱਜ ਕੱਲ੍ਹ ਸਾਧ ਸੰਗਤ ਜੀ ਆਪਾਂ ਸਾਰਿਆਂ ਨੇ ਵਾਲੀ ਭਿਆਲੀ ਪਾਈ ਫਿਰਦੇ ਆ, ਪਤਾ ਵੀ ਹੁੰਦਾ ਵੀ ਇਹ ਬੰਦਾ ਠੀਕ ਨਹੀਂ, ਫਿਰ ਵੀ ਆਪਣਾ ਬੰਦਾ, ਚਲੋ ਕੋਈ ਗੱਲ ਨਹੀਂ। ਪਰ ਮਹਾਰਾਜ ਦਾ ਖਾਲਸਾ ਐਸੀ ਰਹਿਤ ਵਿੱਚ ਪ੍ਰਪੱਕ ਕੀਤਾ ਗਿਆ, ਇਹਨਾਂ ਸਾਰਿਆਂ ਦਾ ਕੁਸੰਗੀਆਂ ਦਾ ਸੰਗ ਛਡਾ ਦਿੱਤਾ ਹੈ। ਇਨ ਤੇ ਆਦ ਪੰਜ ਜੇ ਮੇਲ, ਜਿਹੜੇ 5 ਮੇਲ ਹਨ, ਧੀਰ ਮੱਲੀਏ ਰਾਮ ਰਾਈਏ 300 ਮਿਲ ਹੈ ਨਾ ਦੀਜੈ ਪੇਲ, ਕਹਿੰਦੇ ਉਹਨਾਂ ਨਾਲ ਮਿਲਣਾ ਨਹੀਂ, ਉਹਨਾਂ ਨੂੰ ਪਰੇ ਕਰੋ, ਹਟ ਜਾਓ ਭਾਈ, ਜਾਓ, ਤੁਹਾਡੇ ਨਾਲ ਅਸੀਂ ਗੱਲਬਾਤ ਨਹੀਂ ਕਰਨੀ। ਜਿਹੜੇ ਗੁਰਬਾਣੀ ਦੇ ਨਿੰਦਕ ਹਨ, ਜਿਹੜੇ ਸਾਧ ਸੰਗਤ ਜੀ ਸਤਿਗੁਰਾਂ ਦੀ ਦਸਵੀਂ ਦੀ ਬਾਣੀ ਦੀ ਨਿੰਦਾ ਕਰਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਾ ਕਰਦੇ, ਜਿਹੜੇ ਪੰਥ ਦੀ ਨਿੰਦਾ ਕਰਦੇ, ਜਿਹੜੇ ਨਿਸ਼ਾਨਾਂ ਦੀ, ਗੁਰੂ ਸਾਹਿਬ ਜੀ ਦੇ ਤਖਤਾਂ ਦੀ ਨਿੰਦਾ ਕਰਦੇ, ਸਰੋਵਰਾਂ ਦੀ, ਸਾਰਿਆਂ ਤੋਂ ਮਹਾਰਾਜ ਨੇ ਖਾਲਸੇ ਨੂੰ ਸੁਚੇਤ ਰਹਿਣ ਲਈ ਕਿੱਥੇ ਹੁਕਮ ਦਿੱਤਾ ਹੈ। 300 ਮਿਲਿਆ ਇਹਨਾਂ ਨੂੰ, ਉਹਨਾਂ ਨਾਲ ਮਿਲਣਾ ਹੀ ਨਹੀਂ। ਤੀਜਾ ਪੇਲ, ਜਾਓ ਭਾਈ, ਦੌੜ ਜਾਓ, ਸਾਡੇ ਕੋਲ ਨਾ ਬੈਠੋ, ਅਸੀਂ ਤੁਹਾਡੀ ਗੱਲਾਂ ਸੁਣਨੀਆਂ ਨਹੀਂ, ਤੁਹਾਨੂੰ ਕੋਈ ਗੱਲ ਕਹਿਣੀ ਨਹੀਂ, ਮਨਮੁਖ ਦਾ ਸੰਗ ਕਰਨਾ ਹੀ ਨਹੀਂ। ਸਾਖਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਾਖਤ ਦਾ ਸੰਗ ਨਹੀਂ ਕਰਨਾ, ਉਸ ਦੂਰ ਹੀ ਰਹੋ ਉਹਨਾਂ ਤੋਂ। ਇੱਕ ਅਕਾਲ ਪੁਰਖ ਲੜ ਲਾਏ, ਇੱਕ ਅਕਾਲ ਪੁਰਖ ਦੇ ਲੜ ਲਾ ਦਿੱਤੇ, ਸਿੱਧਾ ਉਸ ਅਕਾਲ ਪੁਰਖ ਨਾਲ ਹੀ ਧਿਆਨ ਲਾਣਾ ਹੈ। ਇਹਨਾਂ ਸੰਸਾਰੀ ਲੋਕਾਂ ਵੱਲ ਆਪਣੀ ਬਿਰਤੀ ਨਹੀਂ ਲੈ ਕੇ ਜਾਣੀ। ਇਹ ਪਾਹੁਲ ਜਗ ਦੁਤਰ ਤਰਾਏ, ਅੰਮ੍ਰਿਤ ਖੰਡੇ ਦਾ ਦੇ ਕੇ ਦੁਤਰ ਨਾ ਤਰਿਆ ਜਾਣ ਵਾਲਾ ਸੰਸਾਰ ਉਸ ਤੋਂ ਵੀ ਤਾਰ ਦਿੱਤਾ ਹੈ। ਮਨ ਜਨ ਸੁਰਗਨ ਜਿਹੇ ਪਦ ਚਾਹਤ, ਜਿਸ ਪਦਵੀ ਨੂੰ ਦੇਵਤੇ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਕਹਿੰਦੇ ਮਿਰਤੂ ਤੋਂ ਰਹਿਤ ਹੋ ਜਾਣਾ। ਦੇਵਤੇ ਵੀ ਚਾਹੁੰਦੇ ਆ ਵੀ ਸਾਨੂੰ ਮਿਰਤੂ ਤੋਂ, ਮੌਤ ਤੋਂ ਕੋਈ ਪਰੇ ਕਰ ਦੇਵੇ, ਪਰ ਨਹੀਂ, ਦੇਵਤਿਆਂ ਨੂੰ ਵੀ ਮੌਤ ਦਾ ਡਰ ਹੈ, ਉਹ ਵੀ ਅੰਮ੍ਰਿਤ ਲੱਭਦੇ ਫਿਰਦੇ ਆ। ਉਹ ਅੰਮ੍ਰਿਤ 700 ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਅੰਮ੍ਰਿਤ ਦਾ ਮਤਲਬ ਇਹ ਨਹੀਂ ਵੀ ਜਿਵੇਂ ਆਪਾਂ ਅੱਜ ਸਮਝਦੇ ਹਾਂ ਵੀ 5 ਪਿਆਰਿਆਂ ਨੇ ਬਾਟੇ 'ਚ ਪਤਾਸੇ ਪਾ ਕੇ ਤੇ ਬਸ ਆਪਾਂ ਖੰਡਾ ਫੇਰ ਕੇ ਪਾਣੀ ਪਿਆਤਾ, ਇਹ ਨਹੀਂ ਹੈ ਇਕੱਲੀ ਗੱਲ। ਇਹ ਅੰਮ੍ਰਿਤ ਦੇ ਵਿੱਚ ਮਹਾਰਾਜ ਸ਼ਕਤੀ ਪਾਈ ਹੋਈ ਹੈ। ਕੀ ਸ਼ਕਤੀ ਪਾਈ ਹੈ ਕਿ ਭਾਈ ਤੂੰ ਆਤਮ ਰੂਪ ਹੈ, ਬ੍ਰਹਮ ਰੂਪ ਹੈ ਤੂੰ, ਤੈਨੂੰ ਕੋਈ ਮਾਰ ਨਹੀਂ ਸਕਦਾ। ਨਾ ਹੋਏ ਮਰੇ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੀ। ਉਹ ਸ਼ਕਤੀ ਅੰਮ੍ਰਿਤ ਵਿੱਚ ਬਾਣੀ ਰਾਹੀਂ ਪਾਈ ਹੈ। ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਆਨੰਦ ਸਾਹਿਬ, ਤੇਜ ਤੇਜ ਜੋ ਚੰਡੀ ਬਾਣੀ, ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ। ਬਾਣੀ ਅੰਮ੍ਰਿਤ ਹੈ ਤੇ ਬਾਣੀ ਅੰਮ੍ਰਿਤ ਤੋਂ ਇਹ ਅੰਮ੍ਰਿਤ ਤਿਆਰ ਕਰਕੇ ਸਤਿਗੁਰੂ ਜੀ ਨੇ ਖਾਲਸੇ ਨੂੰ ਛਕਾਇਆ ਹੈ। ਸੋ ਇਸ ਕਰਕੇ ਅੰਮ੍ਰਿਤ ਉੱਤੇ ਸ਼ੰਕਾ ਨਹੀਂ ਕਰਨਾ। ਇਹ ਦੇਵਤਿਆਂ ਨੂੰ ਵੀ ਅੰਮ੍ਰਿਤ ਨਹੀਂ ਮਿਲਿਆ ਜਿਹੜਾ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਤਤਵ ਇਹ ਖਾਲਸੇ ਨੂੰ ਦਿੱਤਾ ਹੈ। ਤਪ ਮੱਖ ਕਰਕੇ ਲੈਨ ਉਮਾਹਤ, ਤਪ ਕਰਕੇ, ਯੱਗ ਕਰਕੇ, ਪੁੱਠੇ ਲਟਕ ਕੇ ਜਿਹੜਾ ਅੰਮ੍ਰਿਤ ਪਾਣਾ ਚਾਹੁੰਦੇ ਸੀ, ਹਜ਼ਾਰਾਂ ਸਾਲ ਦੀ ਤਪੱਸਿਆ ਕਰਕੇ ਵੀ ਜਿਹੜਾ ਅੰਮ੍ਰਿਤ ਨਹੀਂ ਮਿਲਿਆ। ਅਨੇਕ ਉਪਾਇ ਨ ਪਾਇਓ ਜੋਈ, ਅਨੇਕਾਂ ਉਪਾਅ ਕਰਕੇ, ਪੁੱਠੇ ਲਟਕ ਕੇ, ਤਪੱਸਿਆ ਕਰਕੇ, ਸੰਜਮ ਕਰਕੇ ਜਿਹੜਾ ਅੰਮ੍ਰਿਤ ਨਹੀਂ ਪਾਇਆ, ਉਹ ਖਾਲਸੇ ਕੋ ਪਦ ਸੋਈ। ਉਹ ਅੰਮ੍ਰਿਤ ਪਦ ਖਾਲਸੇ ਨੂੰ ਦਿੱਤਾ ਸਤਿਗੁਰੂ ਜੀ ਨੇ। ਉਹ ਮੈਂ ਆਪਣੋ ਰੂਪ ਬਣਾਇਓ, ਤੇ ਬਹੁਤਿਆਂ ਵਿੱਚ ਆਪਣਾ ਰੂਪ ਮਹਾਰਾਜ ਸੱਚੇ ਪਾਤਸ਼ਾਹ ਨੇ, ਮੇਰੋ ਖਾਲਸਾ ਮੇਰਾ ਰੂਪ ਹੈ ਖਾਸ। ਇਹ ਸਾਰੇ ਜਿੰਨੇ ਸਿੰਘ ਫਿਰਦੇ ਨੇ ਮੇਰਾ ਹੀ ਰੂਪ ਨੇ, ਇਹ ਜਿੰਨੇ ਵੀ ਨੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਨੇ। ਆਖੋ ਸਤਨਾਮ ਸ੍ਰੀ। ਤੇ ਪ੍ਰਤੱਖ ਕੌਤਕ ਵਿਖਾਇਆ ਜਦੋਂ ਭਾਈ ਸੰਤ ਸਿੰਘ ਦੇ ਸੀਸ ਤੇ ਕਲਗੀ, ਭਾਈ ਸੰਗਤ ਸਿੰਘ ਜਾਂ ਸੰਗਤ ਸੰਤ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਨੇ ਕਲਗੀ ਦਿੱਤੀ ਨਾ ਸੀਸ ਤੇ ਉੱਥੇ ਆਪਣਾ ਹੀ ਰੂਪ ਦੇਤਾ। ਆਖੋ ਸਤਨਾਮ ਸ੍ਰੀ। ਇਹਦਾ ਮਤਲਬ ਇਹ ਨਹੀਂ ਵੀ ਇਹ ਸਿੱਖ ਮੇਰਾ ਰੂਪ ਹੈ ਤੇ ਉਹ ਨਹੀਂ। ਭਾਈ ਸੰਤੋਖ ਸਿੰਘ ਜੀ ਇੱਥੇ ਇੱਕ ਬਚਨ ਹੋਰ ਵੀ ਲਿਖਦੇ ਆ, ਕਹਿੰਦੇ ਕੋਈ ਕਹਿੰਦੇ ਵੀ ਸੰਤ ਸਿੰਘ ਜੀ ਨੂੰ ਦਿੱਤੀ ਕਲਗੀ, ਕੋਈ ਕਹਿੰਦੇ ਸੰਗਤ ਸਿੰਘ ਨੂੰ ਕਲਗੀ ਦਿੱਤੀ। ਕਹਿੰਦੇ ਇਸ ਪਰ ਕੁਛ ਵਿਵਾਦ ਨਾ ਬਰਨੋ, ਇਹਦੇ ਤੇ ਝਗੜਾ ਨਾ ਕਰੋ। ਕਹਿੰਦੇ ਸਤਿਗੁਰ ਕੇ ਸੁਖ ਦੋਨੋਂ ਗੁਰਮੁਖ ਦੋਨੋਂ ਕੇ ਲਿਓ ਚਰਨ ਮਨਾਏ। ਗੁਰੂ ਦੇ ਸਿੱਖ ਸੀਗੇ, ਸੋ ਗੁਰੂ ਸਾਹਿਬ ਨੇ ਸਾਰੇ ਖਾਲਸੇ ਨੂੰ ਆਪਣਾ ਹੀ ਰੂਪ ਕਿਹਾ ਹੈ। ਇਸ ਕਰਕੇ
ਸਾਰੇ ਆਪਣਾ ਹੀ ਮਹਾਰਾਜ ਦਾ ਰੂਪ ਫਿਰਦਾ ਹੈ। ਖਾਲਸਾ ਸ਼ਸਤਰ ਧਰਨ ਉਪਦੇਸ਼ ਦ੍ਰਿੜਾਇਓ। ਸਾਰਿਆਂ ਵਿੱਚ ਆਪਣਾ ਰੂਪ ਪ੍ਰਗਟ ਕਰ ਦਿੱਤਾ, ਆਪਣੀ ਆਤਮਾ ਸਿੰਘਾਂ 'ਚ ਪਾ ਦਿੱਤੀ, ਸ਼ਸਤਰ ਧਾਰਨ ਕਰਨ ਦਾ ਉਪਦੇਸ਼ ਦੇ ਦਿੱਤਾ। ਸਭ ਮਹਿ ਵੀਰ ਰਸ ਸੋ ਬਿਰਧਾਇਓ। ਸਾਰਿਆਂ ਵਿੱਚ ਵੀਰ ਰਸ ਦਾ ਵਾਧਾ ਕਰ ਦਿੱਤਾ ਧਰਮ ਦ੍ਰਿੜਾਇਓ ਨਾਮ ਜਪਾਇਓ। ਔਰ ਧਰਮ ਦ੍ਰਿੜ ਕਰਾਇਆ, ਨਾਮ ਜਪਾਇਆ। ਇਹ ਬਖਸ਼ਿਸ਼ ਮਹਾਰਾਜ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਜੋ ਬਖਸ਼ਾਂ ਦਿੱਤੀਆਂ, ਜੋ ਖਾਲਸੇ ਦਾ ਵਾਧਾ ਹੋਇਆ, ਉਹ ਕਥਾ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦੇ